ਸਾਧ ਸੰਗਤ ਜੀ, ਇਤਿਹਾਸ ਦੇ ਵਿੱਚੋਂ ਬਹੁਤ ਹੀ ਸਤਿਕਾਰਯੋਗ ਗੁਰਸਿੱਖ ਪਿਆਰੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਾਥੀ ਕਹੀਏ, ਮਿੱਤਰ ਕਹੀਏ, ਸੇਵਕ ਕਹੀਏ, ਗੁਰਸਿੱਖ ਕਹੀਏ, ਚਰਨਾਂ ਦੇ ਭੌਰੇ ਕਹੀਏ, ਸ਼ਬਦ ਨਹੀਂ ਦਿੱਤੇ ਜਾ ਸਕਦੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ। ਇੰਨਾ ਕਿਹਾ ਜਾ ਸਕਦਾ ਬਾਣੀ ਦੇ ਵਿੱਚੋਂ ਕਿ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ, ਤੋੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਅੱਗੇ ਜਿਹੜੀਆਂ ਬਾਣੀ ਦੀਆਂ ਪੰਕਤੀਆਂ ਨੇ ਨਾ, ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਆਪ ਹੀ ਸਵਾਰ ਲਿਆ, ਆਪ ਹੀ ਰੰਗ ਲਿਆ ਔਰ ਆਪਣੀ ਹੀ ਨਦਰ ਪਾਈ। ਔਰ ਜਿੱਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਦਰ ਪੈ ਜਾਵੇ ਨਾ, ਤਾਂ ਇਹੋ ਜਿਹੀ ਨਦਰ ਸਤਿਗੁਰ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਦ੍ਰਿਸ਼ਟ ਵੇਖੇ ਹੋਏ ਸੰਤ ਬਣਾ ਕੇ ਰੱਖ ਦਿੰਦੇ ਨੇ। ਸੋ ਇਹੋ ਜਿਹੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਰਦਾਨਾ ਜੀ, ਜਨਮ ਸਾਖੀਆਂ ਵਿੱਚੋਂ 4 ਜਨਮ ਸਾਖੀਆਂ ਆਪਣੀਆਂ, ਇੱਕ ਪੁਰਾਤਨ ਜਨਮ ਸਾਖੀ, ਭਾਈ ਸਾਹਿਬ ਭਾਈ ਬਾਲਾ ਜੀ ਵਾਲੀ ਜਨਮ ਸਾਖੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ, ਔਰ ਬਾਬਾ ਮਿਹਰਬਾਨ ਵਾਲੀ ਜਿਹੜੀ ਜਨਮ ਸਾਖੀਆਂ ਨੇ, ਇਹਨਾਂ ਵਿੱਚੋਂ ਜੋ ਸੁੰਦਰ ਜਿਹੜੀਆਂ ਸੰਵਾਦ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਭਾਈ ਮਰਦਾਨਾ ਜੀ ਦੇ ਆਪਸ ਦੇ ਵਿੱਚ, ਕਿਵੇਂ ਰੁੱਸਦੇ ਨੇ ਭਾਈ ਮਰਦਾਨਾ ਜੀ, ਉਹ ਗੁਰੂ ਨਾਨਕ ਦੇਵ ਜੀ ਕਿਵੇਂ ਮਨਾਉਂਦੇ ਨੇ, ਕਿਹੜੀਆਂ ਜੁਗਤਾਂ ਦੇ ਨਾਲ ਲੈ ਕੇ ਜਾਂਦੇ ਨੇ। ਸੋ ਇਹ ਬੜੇ ਪਿਆਰੇ ਪਿਆਰੇ ਸੁੰਦਰ ਸੰਵਾਦ ਅਸੀਂ ਸਾਰੇ ਇਹਦੇ ਵਿੱਚ ਬੜਾ ਇੰਜੋਏ ਕਰਾਂਗੇ, ਇੰਜੋਏ ਵੀ ਕਰਾਂਗੇ, ਬਹੁਤ ਕੁਝ ਸਾਨੂੰ ਸਿੱਖਣ ਨੂੰ ਵੀ ਮਿਲੇਗਾ, ਕਿਉਂਕਿ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਵੱਡਿਆਂ ਦੀਆਂ ਜਦੋਂ ਅਸੀਂ ਕਹਾਣੀਆਂ ਕਰਦੇ ਆ ਨਾ, ਤਾਂ ਪੁੱਤਰ ਤੋਂ ਸਪੁੱਤਰ ਇਹ ਸਾਨੂੰ ਕਰਕੇ ਰੱਖ ਦਿੰਦੀਆਂ ਨੇ, ਕਿਉਂਕਿ ਇਹ ਸਾਡੇ ਅੰਦਰ ਹੀ ਜਾਂਦੀਆਂ ਨੇ ਚੀਜ਼ਾਂ, ਘਰ ਕਰਦੀਆਂ ਨੇ ਸਾਡੇ ਵੱਡਿਆਂ ਵਡੇਰਿਆਂ ਦੀਆਂ। ਤੋ ਭਾਈ ਸਾਹਿਬ ਭਾਈ ਮਰਦਾਨਾ ਜੀ, ਆਪ ਜੀ ਸਰੀਰਕ ਰੂਪ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ 10 ਸਾਲ ਵੱਡੇ ਨੇ। ਸੋ ਆਪ ਜੀ ਦਾ ਜਿਹੜਾ ਜਨਮ ਹੋਇਆ ਉਹ ਰਾਏ ਭੋਇ ਦੀ ਤਲਵੰਡੀ ਦੇ ਵਿੱਚ ਹੀ ਹੋਇਆ। ਉਹ ਹੋਇਆ 1459 59। ਤਾਂ 10 ਸਾਲ ਵੱਡੇ ਨੇ ਸਰੀਰਕ ਰੂਪ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ। ਭਾਈ ਬਦਰਾ ਜੀ ਆਪ ਜੀ ਦੇ ਪਿਤਾ ਜੀ ਨੇ, ਤਾਂ ਬੀਬੀ ਲੱਖੋ ਜੀ ਆਪ ਜੀ ਦੇ ਮਾਤਾ ਜੀ ਨੇ, ਤੇ 3 ਆਪ ਜੀ ਦੀ ਸੰਤਾਨ, 1 ਬੇਟੀ ਤੇ 2 ਬੇਟੇ। ਬੇਟੀ ਦਾ ਪੁੱਤਰੀ ਦਾ ਨਾਮ ਨਹੀਂ ਆਇਆ ਇਤਿਹਾਸ ਦੇ ਵਿੱਚ, ਪੁੱਤਰਾਂ ਦਾ ਨਾਮ ਆਇਆ ਸਜਾਦਾ ਤੇ ਰਜਾਦਾ। ਤੋ ਸਜਾਦਾ ਜਿਨ੍ਹਾਂ ਨੂੰ ਭਾਈ ਸ਼ਹਿਜਾਦ ਜੀ ਕਰਕੇ ਅਸੀਂ ਬੜਾ ਸਤਿਕਾਰ ਕਰਦੇ ਹਾਂ, ਸੋ ਇਹਨਾਂ ਦੇ ਪੁੱਤਰਾਂ ਦੇ ਨਾਮ ਆਏ ਨੇ। ਤੋ ਜਨਮ ਸਾਖੀਆਂ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਮਾਤਾ ਤ੍ਰਿਪਤਾ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ, ਸਾਡੇ ਅਤੀ ਸਤਿਕਾਰਯੋਗ ਮਾਤਾ ਜੀ, ਉਹ ਜਿੱਦਾਂ ਭਾਈ ਮਰਦਾਨਾ ਜੀ ਦੇ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਖੇਡਣ ਵਾਸਤੇ, ਮਤਲਬ ਖਿਡਾ ਕੇ ਲੈ ਕੇ ਆਓ, ਮੈਂ ਭੇਜ ਦਿਆ ਕਰਦੇ ਸਨ। ਕਿਉਂਕਿ ਭਾਈ ਮਰਦਾਨਾ ਜੀ ਜਿਹੜੇ ਨੇ, ਇੱਕ ਤਾਂ ਮੁਸਲਮਾਨ ਧਰਮ ਨੂੰ ਬਿਲੋਂਗ ਕਰਦੇ ਨੇ, ਮਰਾਸੀ ਇਹਨਾਂ ਨੂੰ ਕਿਹਾ ਜਾਂਦਾ। ਮਰਾਸੀ ਕੌਣ ਨੇ? ਇੱਕ ਭਾਟ ਹੁੰਦੇ ਨੇ ਤੇ ਇੱਕ ਮਰਾਸੀ। ਭਾਟ ਜਿਨ੍ਹਾਂ ਨੂੰ ਭੱਟ ਕਿਹਾ ਜਾਂਦਾ, ਇਹ ਲੋਕਾਂ ਦਾ, ਇਹਨਾਂ ਦਾ ਇੱਕ ਕਿਰਤ ਸੀ, ਜਿਵੇਂ ਕਿਸਾਨ ਦਾ ਕਿਰਤ ਹੁੰਦਾ ਖੇਤੀ ਕਰਨੀ, ਜੁੱਤੀਆਂ ਗੰਢਣ ਵਾਲੇ ਨੂੰ ਮੋਚੀ ਕਹਿ ਦਿੰਦੇ ਨੇ, ਮੋਚੀ ਜਿਹੜਾ ਜੁੱਤੀਆਂ ਗੰਢਦਾ, ਤਰਖਾਣ ਜਿਹੜਾ ਉਹ ਤਰਖਾਣਗਿਰੀ ਕਰਦਾ। ਇਵੇਂ ਮਰਾਸੀਆਂ ਦਾ ਕਿੱਤਾ ਕੀ ਸੀ, ਗਾਉਂਦੇ ਤਾਂ ਸਨ, ਗਾ ਕੇ ਲੋਕਾਂ ਨੂੰ ਖੁਸ਼ ਕਰਨਾ, ਫਿਰ ਉਹਨਾਂ ਕੋਲ ਪੈਸੇ ਮਿਲ ਜਾਣੇ, ਕੋਈ ਖੁਸ਼ੀ ਹੋਵੇ, ਕੋਈ ਤਿਉਹਾਰ ਹੋਵੇ, ਉਦੋਂ ਗਾ ਕੇ ਲੋਕਾਂ ਨੂੰ ਖੁਸ਼ ਕਰਨਾ। ਹੋਰ ਮਰਾਸੀਆਂ ਦਾ ਇੱਕ ਸੀ ਕਿ ਇਹ ਕੁਰਸੀਨਾਮਾ ਜਿਸ ਨੂੰ ਕਹਿੰਦੇ ਨੇ। ਕੁਰਸੀਨਾਮਾ ਮੀਨਸ, ਅੱਗੇ ਲੋਕ ਪੜ੍ਹੇ ਲਿਖੇ ਤਾਂ ਹੁੰਦੇ ਨਹੀਂ ਸਨ, ਸੋ ਬਿਨਾਂ ਕਾਗਜ਼ ਪੜ੍ਹਿਆਂ ਫਰੋਲਿਆਂ ਜਿਹੜੇ ਦੱਸ ਦਿੰਦੇ ਸਨ, ਤੁਹਾਡੇ ਦਾਦਾ ਜੀ ਦਾ ਨਾਮ, ਤੁਹਾਡੇ ਪੜਦਾਦਾ ਜੀ ਦਾ ਨਾਮ, ਪੜਦਾਦੇ ਦੇ ਪਿਤਾ ਦਾ ਨਾਮ, ਇਵੇਂ ਕਿੰਨੀਆਂ ਪੀੜ੍ਹੀਆਂ ਤੱਕ ਇਹਨਾਂ ਨੂੰ ਯਾਦ ਹੁੰਦਾ ਸੀ। ਸੋ ਉਹਨਾਂ ਪੂਰੇ ਪਰਿਵਾਰਾਂ ਦਾ ਵੇਰਵਾ, ਤੋ ਇਹ ਮਰਾਸੀਆਂ ਦਾ ਇਹ ਕੰਮ ਸੀ, ਇਹ ਦੱਸਦੇ ਸਨ। ਕੋਈ ਵੀ ਪੁੱਛਣਾ ਤੇ ਇਹਨਾਂ ਨੇ ਉਹ ਸਾਰਾ ਦੱਸਣਾ। ਇੰਨਾ ਮਤਲਬ ਇਹ ਰਿਕਾਰਡ ਰੱਖਦੇ ਸਨ, ਦਿਮਾਗ ਵੀ ਰੱਖਦੇ ਹੋਣਗੇ ਤਾਂ ਹੀ ਯਾਦ ਰੱਖਦੇ ਹੋਣਗੇ। ਆਪਾਂ ਨੂੰ ਹੁਣ ਸਾਡੇ ਪੜਦਾਦਿਆਂ ਤੋਂ ਅੱਗੇ ਨਾਮ ਕਿਤੇ ਯਾਦ ਨਹੀਂ, ਪਰ ਇਹਨਾਂ ਨੂੰ ਪੀੜ੍ਹੀ ਦਰ ਪੀੜ੍ਹੀ ਉਹਨਾਂ ਦੇ ਖਾਨਦਾਨਾਂ ਦੇ ਨਾਮ ਯਾਦ ਹੁੰਦੇ ਸਨ। ਜਿਹੜੇ ਭੱਟ ਸਨ, ਇਹ ਹਿੰਦੂਆਂ ਦਾ ਕੁਰਸੀਨਾਮਾ ਇਹਨਾਂ ਕੋਲ ਹੁੰਦਾ ਸੀ। ਜਿਹੜੇ ਮਰਾਸੀ ਸਨ, ਇਹਨਾਂ ਕੋਲ ਮੁਸਲਮਾਨਾਂ ਦਾ
ਸਾਰਾ ਕੁਰਸੀਨਾਮਾ, ਸਾਰਾ ਮਤਲਬ ਦਾਦਿਆਂ ਪੜਦਾਦਿਆਂ ਦਾ ਨਾਮ, ਸਾਰਾ ਕੁਛ ਇਹਨਾਂ ਨੂੰ ਯਾਦ ਹੁੰਦਾ ਸੀ। ਸੋ ਮਰਾਸੀ ਜਿਹੜੇ ਗਾਉਂਦੇ ਨੇ, ਬਚਪਨ ਤੋਂ ਹੀ ਇਹਨਾਂ ਨੂੰ ਇਹ ਸਿਖਾਇਆ ਜਾਂਦਾ ਹੈ, ਕਿਉਂਕਿ ਗਾ ਕੇ ਲੋਕਾਂ ਨੂੰ ਖੁਸ਼ ਕਰਕੇ ਰਜਾਣਾ ਹੁੰਦਾ। ਤਾਂ ਆਮ ਕਹਾਵਤ ਹੈ ਕਿ ਮਰਾਸੀਆਂ ਦਾ ਤਾਂ ਬੱਚਾ ਜੰਮਦਾ ਹੀ ਜਿਹੜਾ ਰੋਂਦਾ ਵੀ ਹੈ ਨਾ, ਜਦੋਂ ਵੀ ਰਾਗਾਂ ਦੇ ਵਿੱਚ ਰੋਂਦਾ ਹੈ, ਕਿਉਂਕਿ ਇਹਨਾਂ ਦੀ ਉਹ ਇਹੋ ਜਿਹਾ ਇਹਨਾਂ ਦਾ ਹਿਸਾਬ ਕਿਤਾਬ ਹੁੰਦਾ। ਸੋ ਮਾਤਾ ਤ੍ਰਿਪਤਾ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਬਾਲਪਨ ਦੇ ਵਿੱਚ ਨੇ, ਉਹਨਾਂ ਨੂੰ ਜਦੋਂ ਖੇਡਣ ਭੇਜਦੇ ਨੇ ਤਾਂ ਭਾਈ ਮਰਦਾਨਾ ਜੀ ਦੇ ਨਾਲ ਭੇਜਦੇ ਨੇ, ਵੀ ਕਹਿੰਦੇ ਆ ਛੱਡੀ ਨਾ, ਧਿਆਨ ਰੱਖੀ। ਤਾਂ ਉਹ ਭਾਈ ਬਾਲਾ ਜੀ ਵਾਲੀ ਸਾਖੀ ਦੇ ਵਿੱਚ, ਜਨਮ ਸਾਖੀ ਵਿੱਚ ਜ਼ਿਕਰ ਆਉਂਦਾ, ਉਹਨਾਂ ਨੇ ਕਿਹਾ ਸੀ ਕਿ ਹਾਂ, ਮਾਤਾ ਜੀ ਨੂੰ ਕਿਹਾ ਸੀ ਕਿ ਹਾਂ ਮੈਂ ਉਂਗਲ ਫੜ ਲਈ ਆ ਨਾ, ਹੁਣ ਮੈਂ ਕਦੀ ਨਹੀਂ ਛੱਡਾਂਗਾ। ਉਹ ਤਾਂ ਸਹਿਜ ਸੁਭਾਏ ਕਿਹਾ ਸੀ, ਪਰ ਇਸੇ ਤਰ੍ਹਾਂ ਹੀ ਹੋਇਆ ਕਿ ਸਾਰਾ ਜੀਵਨ ਫਿਰ ਉਂਗਲ ਛੱਡੀ ਨਹੀਂ, ਬਾਬੇ ਨਾਨਕ ਦੀ ਉਂਗਲ ਪਕੜ ਕੇ ਹੀ ਰੱਖੀ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਿਹੜੇ ਨੇ, ਜਦੋਂ 16 ਕੁ ਸਾਲਾਂ ਦੇ ਹੁੰਦੇ ਨੇ ਸਰੀਰਕ ਰੂਪ ਦੇ ਵਿੱਚ, ਉਦੋਂ ਗੁਰੂ ਮਹਾਰਾਜ ਜੀ ਚਲੇ ਜਾਂਦੇ ਨੇ ਸੁਲਤਾਨਪੁਰ। ਉੱਥੇ ਜੌਬ ਕਰਦੇ ਨੇ ਮੋਦੀਖਾਨੇ ਦੇ ਵਿੱਚ ਗੁਰੂ ਮਹਾਰਾਜ ਜੀ। 18 ਕੁ ਸਾਲ ਦਾ ਜਦੋਂ ਸਤਿਗੁਰਾਂ ਦਾ ਸਰੀਰ ਹੁੰਦਾ, ਉਦੋਂ ਵਿਆਹ, ਬਟਾਲੇ ਵਿਆਹਣ ਜਾਂਦੇ ਨੇ, ਮਾਤਾ ਸੁਲੱਖਣੀ ਜੀ ਦੇ ਨਾਲ ਵਿਆਹ ਹੁੰਦਾ ਹੈ। ਤਾਂ ਜਦੋਂ ਫਿਰ ਘਰ ਵਾਪਸ ਆਉਂਦੇ ਨੇ ਤਾਂ ਬੜੇ ਸੁੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬੇਸ਼ੁਮਾਰ ਕੀਮਤੀ ਕੱਪੜੇ ਜਿਹੜੇ ਬੜੇ ਖੂਬਸੂਰਤ ਪਹਿਨੇ ਹੋਏ ਨੇ। ਅਮੀਰ ਬਾਪ ਦੇ ਪੁੱਤਰ ਨੇ, ਖੁਦ ਵੀ ਆਪਣਾ ਅਰਨ ਕਰ ਰਹੇ ਨੇ, ਤਾਂ ਪੈਸੇ ਵੱਲੋਂ ਬਹੁਤ ਅਮੀਰ ਪਰਿਵਾਰ ਹੈ। ਬਹੁਤ ਸੁੰਦਰ ਕੀਮਤੀ ਕੱਪੜੇ ਪਹਿਨੇ ਹੋਏ ਨੇ। ਤਾਂ ਭਾਈ ਮਰਦਾਨਾ ਜੀ ਕਹਿੰਦੇ ਨੇ ਵਾਹ ਬਾਬਾ, ਕਿੰਨਾ ਸੋਹਣਾ ਚੋਲਾ ਪਹਿਨਿਆ ਹੋਇਆ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਵੇ ਮਰਦਾਨਿਆ, ਤੈਨੂੰ ਦੇ ਦੇਈਏ? ਤਾਂ ਭਾਈ ਮਰਦਾਨਾ ਜੀ ਖੁਸ਼ ਹੁੰਦੇ ਨੇ। ਹਾਲੇ ਬਹੁਤ ਜ਼ਿਆਦਾ ਸਾਂਝ ਨਹੀਂ ਹਾਲੇ ਆਪਸ ਦੇ ਵਿੱਚ ਹੋਈ ਹੈ, ਸਾਂਝ, ਪਰ ਅੱਗਿਓਂ ਅੱਗੇ ਹੋਰ ਗਹਿਰੀ ਸਾਂਝ ਹੋਈ ਜਾਣੀ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੈਨੂੰ ਦੇ ਦੇਈਏ? ਤਾਂ ਬੜੇ ਖੁਸ਼ ਨੇ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣਾ ਉਹ ਵਿਆਹ ਵਾਲਾ ਜਿਹੜਾ ਚੋਲਾ ਭਾਈ ਮਰਦਾਨਾ ਜੀ ਨੂੰ ਦੇ ਦਿੰਦੇ ਨੇ, ਔਰ ਫਿਰ ਨਾਲ ਕਹਿੰਦੇ ਨੇ ਇਹ ਚੋਲਾ ਪਹਿਨ ਕੇ ਨਾ ਕਦੀ ਕਿਸ ਤੋਂ ਮੰਗਣ ਨਹੀਂ ਜਾਣਾ, ਇਹ ਨਾਨਕ ਦਾ ਚੋਲਾ ਹੈ। ਨਾਨਕ ਨੇ ਸਿਰਫ ਔਰ ਸਿਰਫ ਕਰਤਾਰ ਅੱਗੇ ਹੱਥ ਅੱਡੇ ਨੇ, ਹੋਰ ਕਿਸੇ ਅੱਗੇ ਨਹੀਂ ਅੱਡਣੇ। ਸੋ ਭਾਈ ਮਰਦਾਨਾ ਜੀ ਕਹਿੰਦੇ ਨੇ ਵੀ ਤੁਹਾਡੀ ਸੰਗਤ, ਬਾਬਾ ਤੇਰਾ ਸੰਗ ਕਰਦਿਆਂ ਕਰਦਿਆਂ ਮੇਰਾ ਦਿਲ ਹੀ ਨਹੀਂ ਕਰਦਾ ਹੁਣ, ਮਤਲਬ ਤ੍ਰਿਪਤੀ ਹੋਣੀ ਸ਼ੁਰੂ ਹੋ ਗਈ ਸੀ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਫਿਰ ਆਪਣਾ ਸੁਲਤਾਨਪੁਰ ਰਹਿੰਦੇ ਨੇ, ਉੱਥੇ ਜੌਬ ਕਰਦੇ ਨੇ, ਜੋ ਕਿਰਤ ਹੈ ਉਹ ਕਰਦੇ ਨੇ, ਰੱਬ ਦੀ ਬੰਦਗੀ ਦੀ ਸਭ ਤੋਂ ਵੱਡੀ ਜੌਬ ਤਾਂ ਜਿਹੜੀ ਕਰਦੇ ਨੇ, ਪਰਮਾਤਮਾ ਦੀ ਕੀਰਤੀ ਕਰਦੇ ਨੇ। ਜਦੋਂ 27 ਕੁ ਸਾਲਾਂ ਦਾ, ਆਪਾਂ ਹੁਣ ਇਹਨੂੰ ਅੱਗੇ ਲੈ ਕੇ ਚੱਲੀਏ, ਜੇ ਕਿ ਭਾਈ ਮਰਦਾਨਾ ਜੀ ਨੂੰ ਅਸੀਂ ਅੱਜ ਜ਼ਿਆਦਾ ਉਹਨਾਂ ਦੇ ਦਰਸ਼ਨ ਕਰਾਂਗੇ, ਤੇ ਉਹ ਜਦੋਂ 27 ਕੁ ਸਾਲਾਂ ਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਸਰੀਰਕ ਰੂਪ ਵਿੱਚ ਨੇ, ਤੇ ਮਹਾਰਾਜ ਜੀ ਹੁਣ ਅੰਦਰ ਹੀ ਅੰਦਰ ਜਿਹੜਾ ਇਹ ਪਲੈਨਿੰਗ ਹੋ ਰਹੀ ਹੈ ਕਿ ਸੰਸਾਰ ਦਾ ਕਲਿਆਣ ਕਰਨ ਜਾਣਾ ਹੈ। ਭਾਈ ਮਰਦਾਨਾ ਜੀ ਇੱਥੇ ਤਲਵੰਡੀ ਵਿੱਚ ਹੀ ਨੇ, ਲੇਕਿਨ ਉਹਨਾਂ ਦੇ ਪਿਤਾ ਜੀ ਜਿਹੜੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ, ਬਾਬਾ ਕਲਿਆਣ ਦਾਸ ਜੀ ਮਹਿਤਾ ਕਾਲੂ ਜੀ, ਭਾਈ ਮਰਦਾਨਾ ਜੀ ਨੂੰ ਭੇਜਦੇ ਨੇ ਕਿ ਜਾਓ ਕਿ ਨਾਨਕ ਜੀ ਨੂੰ ਲੈ ਕੇ ਆਓ, ਸਾਡਾ ਬੜਾ ਚਿੱਤ ਉਦਾਸ ਹੈ। ਤੇ ਭਾਈ ਮਰਦਾਨਾ ਜੀ ਜਾਂਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ। ਉਦੋਂ ਤੱਕ ਭਾਈ ਮਰਦਾਨਾ ਜੀ ਦੇ ਵੀ ਆਪਣੇ 3 ਬੱਚੇ ਹੋ ਚੁੱਕੇ ਨੇ। ਤੇ ਉੱਥੇ ਜਦੋਂ ਜਾਂਦੇ ਨੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੇਬੇ ਨਾਨਕੀ ਜੀ ਦੇ ਘਰ ਵਿੱਚ ਨਹੀਂ ਰਹਿ ਰਹੇ, ਉੱਥੇ ਮਿਲਣ ਜਾਇਆ ਕਰਦੇ ਸਨ। ਬਾਹਰ ਇੱਕ ਛੱਪੜੀ ਬਣਾ ਕੇ ਉਹਦੇ ਵਿੱਚ ਰਹਿੰਦੇ ਸਨ। ਆਪ ਹੀ ਗੁਰੂ ਮਹਾਰਾਜ ਨੇ ਆਪਣੇ ਹੱਥਾਂ ਨਾਲ ਉਹ ਤਿਆਰ ਕੀਤੇ ਸੀ। ਉੱਥੇ ਰਹਿੰਦੇ ਨੇ, ਆਪਣੀ ਬੰਦਗੀ ਕਰਦੇ ਨੇ। ਤਾਂ ਭਾਈ ਮਰਦਾਨਾ ਜੀ ਉੱਥੇ ਪਹੁੰਚਦੇ ਨੇ, ਪੁੱਛ ਕੇ ਜਦੋਂ ਪਹੁੰਚ ਰਹੇ ਨੇ ਤਾਂ ਦੱਸਿਆ ਜਾ ਕੇ ਵੀ ਕਿਹਾ ਕਿ ਬਹੁਤ ਯਾਦ ਕਰਦਾ ਪਰਿਵਾਰ, ਤੁਹਾਡੇ ਮਾਤਾ ਪਿਤਾ ਬਹੁਤ ਯਾਦ ਕਰਦੇ ਨੇ। ਸੋ ਉਹਨਾਂ ਨੇ ਸੁਨੇਹਾ ਭੇਜਿਆ ਕਿ ਤੁਸੀਂ ਆ ਜਾਓ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਕਹਿੰਦੇ ਨੇ, ਹਾਂ ਭਲਾ ਯਾਦ ਕਰਵਾਇਆ, ਬਹੁਤ ਵੱਡਾ ਪਰਿਵਾਰ ਸਾਨੂੰ ਯਾਦ ਕਰਦਾ, ਸਾਰਾ ਜਗਤ ਸਾਨੂੰ ਯਾਦ ਕਰਦਾ। ਤਾਂ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਚੱਲੀਏ? ਭਾਈ ਮਰਦਾਨਾ ਜੀ ਕਹਿੰਦੇ ਨੇ ਮੈਂ ਨਹੀਂ ਜਾਣਾ, ਮੇਰੇ ਬੱਚੇ ਨੇ, ਛੋਟੇ ਛੋਟੇ ਬਾਲ ਬੱਚੇ ਨੇ, ਨਹੀਂ ਮੰਨੇ। ਤਾਂ ਹੁਣ ਉਧਰੋਂ ਪਿਤਾ ਜੀ ਨੇ ਕਿਹਾ ਤਲਵੰਡੀ ਲੈ ਕੇ ਹੀ ਆਣਾ, ਤੁਸੀਂ ਉਹਨੇ ਦਿਨ ਉੱਥੇ ਹੀ ਰੁਕਣਾ। ਸੋ ਭਾਈ ਮਰਦਾਨਾ ਜੀ ਉੱਥੇ ਰੁਕੇ ਨੇ। ਇੱਥੇ ਫਿਰ ਹੁਣ ਗੁਰੂ ਮਹਾਰਾਜ ਜੀ ਕਹਿੰਦੇ ਨੇ ਵੀ ਭਾਈ ਮਰਦਾਨਾ ਜੀ ਨੂੰ ਅਸੀਂ ਕੀਰਤਨ ਕਰਨਾ। ਉਹ ਕਾਨਿਆਂ ਦਾ ਫਿਰ ਇੰਸਟਰੂਮੈਂਟ ਬਣਾਉਂਦੇ ਨੇ ਉੱਥੇ, ਰੋਜ਼ ਉੱਥੇ ਕੀਰਤਨ ਹੋ ਰਿਹਾ। ਤਾਂ ਇੱਕ ਦਿਨ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਕਿ ਰਬਾਬ ਜਿਹੜੀ ਹੈ ਉਹ ਖਰੀਦ ਕੇ ਆਓ। ਤੇ ਭਾਈ ਮਰਦਾਨਾ ਜੀ ਨੇ ਕਿਹਾ ਵੀ ਕਿੱਥੋਂ ਰਬਾਬ ਕਿੱਥੋਂ ਲੈਣੀ ਹੈ? ਤਾਂ ਫਿਰ ਦੱਸਦੇ ਨੇ
ਵੀ ਫਲਾਨੀ ਜਗ੍ਹਾ ਪਿੰਡ ਹੈ, ਉੱਥੇ ਇੱਕ ਹਿੰਦੂ ਬੰਦਾ ਉਹਦਾ ਨਾਮ ਫਰਿੰਦਾ ਹੈ, ਉਹ ਉਸਤਾਦ ਹੈ ਇਸ ਚੀਜ਼, ਉਹਨਾਂ ਕੋਲੋਂ ਲੈ ਕੇ ਆਓ। ਤੇ ਨਾਲ ਕਿਹਾ ਕਿ ਪੈਸੇ ਜਿਹੜੇ ਨੇ ਉਹ ਬੇਬੇ ਨਾਨਕੀ ਤੋਂ ਲੈਣੇ ਨੇ, ਆਪ ਵੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਕੋਲ, ਲੇਕਿਨ ਬੇਬੇ ਨਾਨਕੀ ਨੂੰ ਇਹ 'ਚ ਵਡਿਆਈਆਂ ਦੇ ਰਹੇ ਨੇ ਕਿ ਬੇਬੇ ਨਾਨਕੀ ਤੋਂ ਪੈਸੇ ਲੈਣੇ ਨੇ। ਸੋ ਨਾਲ ਕਹਿੰਦੇ ਨੇ ਅਗਰ ਫਰਿੰਦਾ ਨਾ ਨੁੱਕਰ ਕਰੇ ਤਾਂ ਫਿਰ ਸਾਡਾ ਨਾਮ ਲੈ ਦਿਓ, ਪਹਿਲਾਂ ਉਹਨੂੰ ਵੈਸੇ ਹੀ ਕਿਹੋ ਵੀ ਸਾਨੂੰ ਇਹ ਦੇ ਦੇਵੇ। ਸੋ ਭੈਣ ਨਾਨਕੀ ਕੋਲ ਜਾਂਦੇ ਨੇ ਭਾਈ ਮਰਦਾਨਾ ਜੀ, ਚਰਨੀ ਹੱਥ ਲਾਉਂਦੇ ਨੇ, ਅਸੀਸ ਮਿਲੀ, ਦੱਸਿਆ ਵੀ ਬਾਬੇ ਨੇ ਕਿਹਾ ਰਬਾਬ ਲੈ ਕੇ ਆਣੀ ਹੈ ਤੇ ਪੈਸੇ ਦਿਓ, ਤਾਂ ਉਹ ਫਿਰ ਮੁੱਠੀ ਭਰ ਕੇ ਦੇ ਦਿੰਦੇ ਨੇ, ਮੋਹਰਾਂ ਦਿੰਦੇ ਨੇ, ਤੇ ਭਾਈ ਮਰਦਾਨਾ ਜੀ ਚਲੇ ਜਾਂਦੇ ਨੇ, ਫਰਿੰਦੇ ਦੇ ਕੋਲ ਪਹੁੰਚਦੇ ਨੇ। ਉੱਥੇ ਜਦੋਂ ਪਹੁੰਚਦੇ ਨੇ ਤਾਂ ਉਹਨਾਂ ਨੂੰ ਜਾ ਕੇ ਕਹਿੰਦੇ ਨੇ ਵੀ ਰਬਾਬ ਲੈਣੀ ਹੈ ਜਿਹੜੀ ਬਹੁਤ ਵਧੀਆ ਹੋਵੇ। ਉਹ ਕਹਿੰਦੇ ਨੇ ਕਿ ਵਧੀਆ ਰਬਾਬ ਅਗਰ ਚਾਹੀਦੀ ਹੈ ਤਾਂ ਸਮਾਂ ਲੱਗੇਗਾ, ਕੁਛ ਮਹੀਨੇ ਲੱਗ ਸਕਦੇ ਨੇ, ਇੰਤਜ਼ਾਰ ਕਰੋ, ਬਣਾ ਦੇਵਾਂਗੇ। ਤਾਂ ਭਾਈ ਮਰਦਾਨਾ ਜੀ ਉਹਨਾਂ ਦੇ ਇੱਕ ਰਬਾਬ ਜਿਹੜੀ ਹੈ ਦੇਖਦੇ ਨੇ, ਕਮਰੇ ਦੇ ਵਿੱਚ ਲਟਕੀ ਹੋਈ ਹੈ, ਕਹਿੰਦੇ ਉਹ ਰਬਾਬ। ਤਾਂ ਉਹ ਅੱਗਿਓਂ ਜਿਹੜੇ ਫਰਿੰਦਾ ਜੀ ਨੇ ਉਹ ਕਹਿੰਦੇ ਨੇ ਉਸ ਵੱਲ ਤਾਂ ਦੇਖੀ ਵੀ ਨਾ। ਪੁੱਛਦੇ ਨੇ ਕਿਉਂ ਭਾਈ? ਉਹ ਕਹਿੰਦੇ ਨੇ ਉਹ ਤਾਂ ਇੱਕ ਕਾਮਲ ਫਕੀਰ, ਉਹਦੇ ਚਰਨਾਂ ਦਾ ਧਿਆਨ ਧਰ ਕੇ ਮੈਂ ਬਣਾਈ ਹੈ, ਉਹਦੇ ਚਰਨਾਂ 'ਚ ਹੀ ਰੱਖਾਂਗਾ। ਭਾਈ ਮਰਦਾਨਾ ਜੀ ਕਹਿੰਦੇ ਨੇ ਕਾਮਲ ਫਰੀਦ, ਉਹਨੇ ਚਰਨਾਂ ਦਾ ਧਿਆਨ ਧਰ ਕੇ ਬਣਾਈ ਹੈ ਤੇ ਉਹਦੇ ਹੀ ਚਰਨਾਂ 'ਚ ਰੱਖਾਂਗਾ। ਕਹਿੰਦੇ ਹਾਂ। ਹੁਣ ਭਾਈ ਮਰਦਾਨਾ ਜੀ ਹਾਲੇ ਵੀ ਨਹੀਂ ਦੱਸ ਰਹੇ, ਤਾਂ ਕਹਿੰਦੇ ਇੱਕ ਵਾਰ ਮੈਨੂੰ ਬਚਾ ਕੇ ਦੇਖ ਲੈਣ ਦਿਓ। ਉਹ ਕਹਿੰਦੇ ਨੇ ਨਹੀਂ, ਉੱਧਰ ਤਾਂ ਦੇਖੀ ਵੀ ਨਾ। ਫਿਰ ਭਾਈ ਮਰਦਾਨਾ ਜੀ ਦੱਸਦੇ ਨੇ ਕਿ ਉਹ ਕਾਮਲ ਫਕੀਰ ਦਾ ਨਾਮ ਕੀ ਆ, ਪੁੱਛਦੇ ਨੇ, ਕਹਿੰਦੇ ਉਹਦਾ ਨਾਮ ਹੈ ਬਾਬਾ ਨਾਨਕ। ਤਾਂ ਭਾਈ ਮਰਦਾਨਾ ਜੀ ਕਹਿੰਦੇ ਨੇ ਉਹਨਾਂ ਨੇ ਹੀ ਭੇਜਿਆ ਮੈਨੂੰ ਤੁਹਾਡਾ ਪਤਾ ਟਿਕਾਣਾ ਦੱਸ ਕੇ। ਜਦੋਂ ਇੰਨੀ ਗੱਲ ਆਖੀ ਫਰਿੰਦੇ ਨੂੰ ਭਾਈ ਮਰਦਾਨਾ ਜੀ ਨੇ, ਮੈਂ ਤੁਹਾਡਾ ਹੀ ਨਾਮ ਲੈ ਕੇ ਭੇਜਿਆ ਵੀ ਤੁਹਾਡੇ ਕੋਲੋਂ ਰਬਾਬ ਲੈ ਕੇ ਆਓ। ਤਾਂ ਕਹਿੰਦੇ ਨੇ ਉੱਥੇ ਝੁੱਕ ਕੇ ਪ੍ਰਣਾਮ ਕੀਤਾ ਫਰਿੰਦਾ ਜੀ ਨੇ, ਔਰ ਕਿਹਾ ਵੀ ਮੇਰੇ ਵਰਗਾ ਭਾਗਾਂ ਵਾਲਾ ਖੁਸ਼ਕਿਸਮਤ ਕੌਣ ਹੋ ਸਕਦਾ ਇਸ ਸੰਸਾਰ ਦੇ ਵਿੱਚ, ਜਿਸ ਗੁਰੂ ਨਾਨਕ ਦਾ ਨਾਮ ਲੈ ਕੇ ਜਗਤ ਨੇ ਤਰਨਾ, ਕਲਿਆਣ ਹੋਣਾ, ਜਗਤ ਦਾ ਉਧਾਰ ਹੋਣਾ ਆ, ਉਸ ਗੁਰੂ ਨਾਨਕ ਦੀ ਜ਼ੁਬਾਨ ਤੇ ਸਾਡਾ ਨਾਮ ਆ ਗਿਆ, ਮੇਰਾ ਨਾਮ ਲੈ ਕੇ ਤੁਹਾਨੂੰ ਭੇਜਿਆ ਇੱਥੇ। ਤੇ ਉਹਨਾਂ ਦੇ ਨੇਤਰਾਂ ਵਿੱਚ ਜਲ ਵਹਿ ਤੁਰਿਆ। ਫਿਰ ਉਹ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਫਿਰ ਅਸੀਂ ਇੱਥੇ ਕਰ ਲਈ ਬੈਠੇ ਹਾਂ, ਅੱਖ ਦੇ ਫੋਰ ਜਿੰਨੀ ਦੇਰੀ ਵੀ ਨਾ ਕਰੋ। ਮਤਲਬ ਇੰਨਾ ਅੰਦਰ ਪ੍ਰੇਮ ਭਾਵ ਇੱਕ। ਤਾਂ ਉਸੇ ਵੇਲੇ ਫਿਰ ਚੱਲ ਪਏ ਨੇ ਭਾਈ ਮਰਦਾਨਾ ਜੀ ਅੱਗੇ ਅੱਗੇ, ਫਰਿੰਦਾ ਜੀ ਪਿੱਛੇ ਪਿੱਛੇ, ਮੋਢੇ ਤੇ ਰਬਾਬ। ਪਹੁੰਚ ਜਾਂਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਮੱਥਾ ਟੇਕਦੇ ਨੇ, ਅਸੀਸ ਮਿਲੀ ਸਤਿਗੁਰਾਂ ਪਾਸੋਂ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ ਇਹਦੀ ਭੇਟਾ ਕੀ ਤਾਰੀ? ਭਾਈ ਮਰਦਾਨਾ ਜੀ ਨੂੰ ਪੁੱਛਦੇ ਨੇ। ਅੱਗੇ ਫਰਿੰਦਾ ਜੀ ਕਹਿੰਦੇ ਨੇ ਜੀ ਆਪ ਜੀ ਦੇ ਦੀਦਾਰ, ਮਤਲਬ ਭੇਟਾ ਸਾਡੀ ਹੋ ਗਈ, ਤੁਹਾਡੇ ਦੀਦਾਰ ਸਾਨੂੰ ਮਿਲ ਗਏ। ਇਸ ਵਿੱਚ ਕੋਈ ਸ਼ੱਕ ਨਹੀਂ, ਇਸ ਤੋਂ ਵੱਡੀ ਹੋਰ ਭੇਟਾ ਕੀ ਹੋ ਸਕਦੀ ਹੈ ਕਿ ਆਪ ਜੀ ਦੇ ਦੀਦਾਰ। ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਅਸੀਸ ਦਿੱਤੀ। ਉਹ ਇੱਕ ਬਿਸਮਾਤ ਦੇ ਵਿੱਚ ਆ ਗਏ ਭਾਈ ਫਰਿੰਦਾ ਜੀ, ਜਿਵੇਂ ਕਿ ਜਨਮਾਂ ਜਨਮਾਂ ਦੀ ਜਿਹੜੀ ਭੁੱਖ ਪਿਆਸ ਸੀ ਸਾਰੀ ਸਤਿਗੁਰਾਂ ਨੇ ਮਿਟਾ ਕੇ ਰੱਖ ਦਿੱਤੀ। ਇੱਕ ਅੰਦਰੋਂ ਤ੍ਰਿਪਤੀ, ਇੱਕ ਜਿਵੇਂ ਪਤਾ ਨਹੀਂ ਕਿਹੜਾ ਖਜ਼ਾਨਾ ਉਹਨਾਂ ਨੂੰ ਮਿਲ ਗਿਆ। ਉਸ ਤੋਂ ਬਾਅਦ ਫਰਿੰਦਾ ਜੀ ਚਲੇ ਜਾਂਦੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਕਿ ਕਹਿੰਦੇ ਮਰਦਾਨਿਆ ਤੈਨੂੰ ਰਾਗ ਦੀ ਸੂਝ ਹੈ, ਲੋਕਾਂ ਲਈ ਗਾਉਂਦਾ ਫਿਰਦਾ, ਜੇ ਕਿਤੇ ਇਹ ਜਿਹੜੀ ਰਾਗ ਦੀ ਸੂਝ ਹੈ ਸ਼ਬਦ ਵਿੱਚ ਮਿਲਾ ਲਵੇਂ ਤਾਂ ਅੱਗਿਓਂ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਮੈਂ ਬਾਲ ਬੱਚੇਦਾਰ ਹਾਂ, ਅਸੀਂ ਲੋਕਾਂ ਲਈ ਗਾਈਦਾ, ਲੋਕਾਂ ਨੂੰ ਖੁਸ਼ ਕਰੀਦਾ ਗਾ ਗਾ ਕੇ, ਕਦੀ ਰਾਜਿਆਂ ਦੇ ਕਦੀ ਆਮ ਲੋਕਾਂ ਨੂੰ। ਉਹ ਫਿਰ ਸਾਨੂੰ ਉਹਦਾ ਪੈਸੇ ਦਿੰਦੇ ਨੇ, ਸਾਡੀ ਰੋਟੀ ਟੁੱਕ ਚੱਲਦਾ ਹੈ, ਸਾਡੇ ਪਰਿਵਾਰ ਪਲਦੇ ਨੇ। ਸ਼ਬਦ ਰਾਗ ਵਿੱਚ ਮਿਲਾ ਕੇ ਗਾਵਾਂਗਾ ਫਿਰ ਕੀ ਮਿਲੇਗਾ? ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਮਰਦਾਨਾ ਜੀ ਨੂੰ, ਇਹ ਭਾਈ ਬਾਲਾ ਜੀ ਵਾਲੀ ਸਾਖੀ ਵਿੱਚ ਜ਼ਿਕਰ ਆਉਂਦਾ ਵੀ ਇੱਥੇ ਕਿਹਾ ਗਿਆ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਹਾ, ਮਰਦਾਨਿਆਂ ਤੂੰ ਗਾ ਕੇ ਤਾਂ ਦੇਖ, ਸ਼ਬਦ ਵਿੱਚ ਰਾਗ ਨੂੰ ਲਾ ਕੇ ਤਾਂ ਦੇਖ, ਤੇਰਾ ਦੋਈ ਥਾਈਂ ਭਲਾ ਹੋਏਗਾ, ਇੱਥੇ ਵੀ ਤੇ ਉੱਥੇ ਵੀ। ਹੁਣ ਬਾਬਾ ਨਾਨਕ ਜੀ ਦਾ ਕਹਿਣਾ ਭਾਈ ਮਰਦਾਨੇ ਜੀ ਦੇ ਉੱਤੇ ਇੰਨਾ ਕੁ ਅਸਰ ਗਾਣਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਗਾਣਾ ਸ਼ੁਰੂ ਕੀਤਾ, ਕਿਹਾ ਰਬਾਬ ਛੇੜੋ। ਉੱਥੇ ਭਾਈ ਮਰਦਾਨਾ ਜੀ ਨੇ ਮੱਥਾ ਟੇਕ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਰਬਾਬ ਨੂੰ ਮੱਥਾ ਟੇਕ ਕੇ ਤਾਂ ਉੱਥੇ ਫਿਰ ਜਿਹੜਾ ਹੈ ਇਹ ਰਾਗ ਛਿੜੇ।
ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ। ਤਾਂ ਫਿਰ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੜੇ ਪ੍ਰੇਮ ਨਾਲ ਕਹਿੰਦੇ ਨੇ, "ਚੱਲੀਏ, ਸਾਨੂੰ ਵੱਡਾ ਪਰਿਵਾਰ ਉਡੀਕਦਾ।" ਭਾਈ ਮਰਦਾਨਾ ਜੀ ਵਾਰ-ਵਾਰ ਯਾਦ ਕਰਾਈ ਜਾਂਦੇ ਨੇ, ਕਿਉਂਕਿ ਪਿਤਾ ਜੀ ਨੇ ਭੇਜਿਆ, ਲੈ ਕੇ ਆਓ, ਕਹਿੰਦੇ ਪਰਿਵਾਰ ਉਡੀਕਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਾਨੂੰ ਵੱਡਾ ਪਰਿਵਾਰ ਉਡੀਕਦਾ, ਭਲਾ ਯਾਦ ਕਰਵਾਇਆ, ਚੱਲੀਏ ਅਸੀਂ। ਭਾਈ ਮਰਦਾਨਾ ਜੀ ਹਾਲੇ ਵੀ ਨਹੀਂ ਮੰਨੇ, ਕਹਿੰਦੇ ਨਹੀਂ, ਮੈਂ ਬਾਲ ਬੱਚੇਦਾਰ ਹਾਂ, ਮੈਂ ਨਹੀਂ ਜਾਣਾ। ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਚੰਗਾ, ਫਿਰ ਭੈਣ ਨਾਨਕੀ ਨੂੰ ਮਿਲਦੇ ਜਾਇਓ। ਜੁਗਤ ਦੇਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ। ਤਾਂ ਭਾਈ ਮਰਦਾਨਾ ਜੀ ਭੈਣ ਨਾਨਕੀ ਜੀ ਕੋਲ ਜਾਂਦੇ ਨੇ, ਮੱਥਾ ਟੇਕਦੇ ਨੇ, ਅਸੀਸ ਮਿਲੀ, ਤਾਂ ਦੱਸਿਆ ਵੀ ਮੈਂ ਚੱਲਿਆ ਵਾਪਸ ਤਲਵੰਡੀ, ਲੈਣ ਆਇਆ ਸੀਗਾ ਬਾਬੇ ਨਾਨਕ ਨੂੰ, ਉਹ ਤਾਂ ਮੰਨੇ ਨਹੀਂ, ਤੇ ਬਾਬਾ ਚੱਲਿਆ ਪਰਦੇਸ। ਭੈਣ ਨਾਨਕੀ ਨੇ ਪੁੱਛਿਆ, ਪਰਦੇਸ? ਕਹਿੰਦੇ ਹਾਂ, ਕਹਿੰਦਾ ਮੈਂ ਜਗਤ ਨੂੰ ਤਾਰਨ ਜਾਣਾ। ਸੋ ਉਹ ਪਰਦੇਸ ਚੱਲਿਆ ਬਾਬਾ, ਔਰ ਪਤਾ ਹੀ ਨਹੀਂ ਕਦੋਂ ਵਾਪਸ ਆਵੇਗਾ, ਇਹ ਵੀ ਨਹੀਂ ਪਤਾ। ਮੈਂ ਚੱਲਿਆ ਤਲਵੰਡੀ। ਸੋ ਇੰਨੀ ਗੱਲ ਸੁਣ ਕੇ ਬੇਬੇ ਨਾਨਕੀ ਦੀਆਂ ਗੰਗਾ ਜਮਨਾ ਅੱਖਾਂ ਵਿੱਚੋਂ ਵਹਿਣੀਆਂ ਸ਼ੁਰੂ ਹੋ ਗਈਆਂ। ਮਤਲਬ ਇੰਨਾ ਹੰਝੂ ਉਹਨਾਂ ਦੇ ਵੀ ਇਕੱਲਾ ਹੀ ਬਾਬਾ ਨਾਨਕ ਪਰਦੇਸ ਚੱਲਿਆ। ਤੇ ਮਰਦਾਨੇ ਨੂੰ ਬੇਬੇ ਨਾਨਕੀ ਨੇ ਕਿਹਾ, ਉਹਨੇ ਕਿਹਾ ਮੈਂ ਤਾਂ ਬਾਲ ਬੱਚੇਦਾਰ ਹਾਂ, ਮੈਂ ਨਹੀਂ ਜਾਣਾ। ਸੋ ਜਾਨੂੰ ਭਾਈ ਜੈ ਰਾਮ ਜੀ ਵੀ ਆ ਗਏ, ਬੇਬੇ ਨਾਨਕੀ ਜੀ ਦੇ ਜੋ ਪਤੀ ਜੀ ਨੇ, ਜਿਹੜਾ ਕਿ ਬਹੁਤ ਬਹੁਤ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸਤਿਕਾਰ ਕਰਦੇ ਨੇ, ਭੈਣ ਨਾਨਕੀ ਜੀ ਦਾ ਵੀ ਸਤਿਕਾਰ ਕਰਦੇ ਨੇ। ਇੱਕ ਤਾਂ ਪਤਨੀ ਦੇ ਰੂਪ ਵਿੱਚ ਤਾਂ ਕਰਦੇ ਨੇ, ਰੂਹਾਨੀਅਤ ਦੇ ਰੂਪ ਵਿੱਚ ਕਰਦੇ ਨੇ। ਭਾਈ ਜੈ ਰਾਮ ਜੀ ਅਕਸਰ ਬੇਬੇ ਨਾਨਕੀ ਜੀ ਨੂੰ ਕਿਹਾ ਕਰਦੇ ਸਨ ਕਿ ਨਾਨਕ ਜੀ ਧੰਨ, ਨਾਨਕੀ ਜੀ ਤੁਸੀਂ ਵੀ ਧੰਨ, ਕਿਉਂਕਿ ਨਾਨਕ ਜੀ ਦੀ ਤੁਸੀਂ ਭੈਣ ਹੋ। ਨਾਨਕੀ ਜੀ ਤੁਹਾਡੇ ਕਰਕੇ ਥੋੜੇ ਥੋੜੇ ਅਸੀਂ ਵੀ ਧੰਨ, ਕਿਉਂਕਿ ਉਸ ਪਰਿਵਾਰ ਦੇ ਨਾਲ ਸਾਡਾ ਨਾਤਾ ਜੁੜਿਆ ਹੋਇਆ। ਸੋ ਇੰਨਾ ਸਤਿਕਾਰ ਦਿਆ ਕਰਦੇ ਸਨ। ਸੋ ਉਹ ਨੇਤਰਾਂ ਵਿੱਚੋਂ ਜਲ ਵਹਿ ਰਿਹਾ। ਤਾਂ ਪੁੱਛਿਆ ਕੀ ਕਾਰਨ? ਤਾਂ ਭੈਣ ਨਾਨਕੀ ਜੀ ਨੇ, ਬੇਬੇ ਨਾਨਕੀ ਜੀ ਨੇ ਕਿਹਾ ਵੀ ਬਾਬਾ ਚੱਲਿਆ ਪਰਦੇਸ ਔਰ ਇਕੱਲਾ ਹੀ। ਮਰਦਾਨੇ ਨੂੰ ਕਿਹਾ, ਇਹ ਮੰਨਿਆ ਨਹੀਂ। ਅਗਰ ਦੋਨੋਂ ਜਾਂਦੇ ਤਾਂ ਮੇਰੇ ਮਨ ਨੂੰ ਧੀਰਜ ਰਹਿੰਦੀ, ਇਕੱਲਾ ਜਾਏਗਾ ਤਾਂ ਮੇਰਾ ਮਨ ਠਹਿਰਦਾ ਨਹੀਂ, ਧੀਰਜ ਨਹੀਂ ਕਰਦਾ। ਭਾਈ ਜੈ ਰਾਮ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਤੁਸਾਂ ਦਾ ਜੋੜ ਵਿਛੋੜ ਸਾਨੂੰ ਚੰਗਾ ਨਹੀਂ ਲੱਗਦਾ। ਮਤਲਬ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਤੁਸਾਂ ਦਾ ਜੋੜ ਵਿਛੋੜ ਸਾਨੂੰ ਚੰਗਾ ਨਹੀਂ ਲੱਗਦਾ, ਤੁਸੀਂ ਉਹਨਾਂ ਦੇ ਨਾਲ ਹੀ ਜਾਓ। ਹੁਣ ਭਾਈ ਮਰਦਾਨਾ ਜੀ ਉਹਨਾਂ ਨੂੰ ਕਹਿੰਦੇ ਨੇ, ਭਾਈ ਜੈ ਰਾਮ ਜੀ ਨੂੰ, ਕਿ ਮੈਂ ਬਾਲ ਬੱਚੇਦਾਰ ਹਾਂ, ਮੇਰੇ ਬੱਚੇ ਕਿਵੇਂ ਪਲਣਗੇ? ਭਾਈ ਜੈ ਰਾਮ ਜੀ ਨੇ ਕਿਹਾ, ਤੁਹਾਡੇ ਬਾਲ ਬੱਚਿਆਂ ਦੀ ਜ਼ਿੰਮੇਵਾਰੀ ਸਾਡੀ। ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਗੋਦ ਲਿਆ ਹੋਇਆ ਸੀ। ਕਿਹਾ, ਬਾਬਾ ਸ਼੍ਰੀ ਚੰਦ ਨੂੰ ਵੀ ਤਾਂ ਅਸੀਂ ਗੋਦ ਲਿਆ ਹੋਇਆ, ਤੁਹਾਡੇ ਬੱਚੇ ਵੀ ਸਾਡੇ ਹੋ ਗਏ, ਉਹਨਾਂ ਦਾ ਸਾਰਾ ਖਰਚਾ ਪਾਣੀ ਅਸੀਂ ਕਰਾਂਗੇ। ਸੋ ਹੁਣ ਭਾਈ ਮਰਦਾਨਾ ਜੀ ਨਿਸ਼ਚਿੰਤ, ਕਿਹਾ ਜੀ ਤੁਹਾਡਾ ਵੱਡਿਆਂ ਦਾ ਕਿਹਾ ਨਹੀਂ ਮੋੜਾਂਗਾ। ਫਿਰ ਭਾਈ ਮਰਦਾਨਾ ਜੀ ਜਿਹੜੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਕੋਲ ਜਾਂਦੇ ਨੇ, ਜਾ ਕੇ ਦੱਸਦੇ ਨੇ ਕਿ ਹੁਣ ਮੈਂ ਤੁਹਾਡੇ ਨਾਲ ਹੀ ਜਾਣਾ ਹੈ। ਤਾਂ ਦੇਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੁਗਤ, ਪਤਾ ਸੀ ਕਿ ਹੁਣ ਭੈਣ ਨਾਨਕੀ ਨੇ ਇਹ ਕੰਮ ਕਰ ਦੇਣਾ ਹੈ। ਭਾਈ ਮਰਦਾਨਾ ਜੀ ਨੂੰ ਮਨਾ ਲਿਆ। ਸੋ ਫਿਰ ਘਰ ਆਉਂਦੇ ਨੇ ਮਿਲਣ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭੈਣ ਨਾਨਕੀ ਜੀ ਦੇ ਕੋਲ। ਬੇਬੇ ਨਾਨਕੀ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮੱਥਾ ਟੇਕਣ ਲਈ ਝੁਕਦੇ ਨੇ। ਮਹਾਰਾਜ ਜੀ ਪਕੜ ਲੈਂਦੇ ਨੇ ਬਾਹਾਂ ਤੋਂ, ਕਹਿੰਦੇ ਨਹੀਂ ਬੇਬੇ ਤੂੰ ਵੱਡੀ ਹੈ, ਔਰ ਨਾਲ ਕਿਹਾ ਤੂੰ ਕਰਤਾਰ ਦੀ ਪਿਆਰੀ ਹੈ, ਇੰਝ ਨਾ ਕਰ। ਤਾਂ ਅੱਗਿਓਂ ਭੈਣ ਨਾਨਕੀ ਜੀ, ਬੇਬੇ ਨਾਨਕੀ ਜੀ ਕਹਿੰਦੇ ਨੇ, ਮੈਂ ਵੀਰ ਕਰਕੇ ਨਹੀਂ, ਮੈਂ ਤਾਂ ਨਿਰੰਕਾਰ ਕਰਕੇ, ਰੱਬ ਕਰਕੇ ਤੁਹਾਡੇ ਚਰਨਾਂ 'ਚ ਝੁਕਦੀ ਹਾਂ। ਸੋ ਇਤਨੀ ਸੁੰਦਰ ਇੱਕ ਰੂਹਾਨੀਅਤ ਵਾਲਾ ਜਿਹੜਾ ਇੱਥੇ ਮਿਲਾਪ ਹੋ ਰਿਹਾ। ਤਾਂ ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੇਬੇ ਨਾਨਕੀ ਜੀ ਨੂੰ ਕਹਿ ਰਹੇ ਨੇ, ਉਹਨਾਂ ਦੇ ਨੇਤਰਾਂ ਵਿੱਚੋਂ ਜਲ ਵਹਿ ਰਿਹਾ ਹੈ। ਤਾਂ ਦੱਸਦੇ ਨੇ ਅਸੀਂ ਹੁਣ ਜਾਣਾ ਹੈ। ਤਾਂ ਉਹਨਾਂ ਕੋਲ ਬੋਲਿਆ ਨਹੀਂ ਜਾ ਰਿਹਾ ਬੇਬੇ ਨਾਨਕੀ ਜੀ ਕੋਲੋਂ। ਤਾਂ ਫਿਰ ਬੇਬੇ ਨਾਨਕੀ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਸਾਨੂੰ ਅਸੀਸਾਂ ਦਿਓ, ਤੁਸੀਂ ਵੱਡੇ ਹੋ, ਕਰਤਾਰ ਦੇ ਪਿਆਰੇ ਹੋ। ਹੁਣ ਬੇਬੇ ਨਾਨਕੀ ਜੀ ਥੰਮੇ ਨਹੀਂ ਰਹੇ ਵੀ ਇਹ ਰੂਹਾਨੀਅਤ ਰੂਹ, ਇਹ ਨਿਰੰਕਾਰੀ ਜੋਤ। ਕਦੀ ਕਦੀ ਇੱਥੇ ਮਿਲਣ ਆ ਜਾਂਦੇ ਸਨ, ਤੇ ਹੁਣ ਕਿਵੇਂ ਰਹਿ ਸਨ। ਤੇ ਬੇਬੇ ਨਾਨਕੀ ਜੀ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਕਹਿੰਦੇ ਨੇ ਵੀ ਸਾਨੂੰ ਤੁਸੀਂ ਇਜਾਜ਼ਤ ਦਿਓ, ਪਰ ਉਹ ਥੰਮਦਾ ਨਹੀਂ ਉਹਨਾਂ ਦਾ ਮਨ। ਅੰਦਰ ਜਾਂਦੇ ਨੇ, ਫਿਰ ਮੁੱਠੀ ਭਰ ਕੇ ਲੈ ਕੇ ਆਉਂਦੇ ਨੇ ਸੋਨੇ ਦੀਆਂ ਮੋਹਰਾਂ, ਜਿਹੜੀਆਂ ਭਾਈ ਮਰਦਾਨਾ ਜੀ ਦੀ ਜੇਬ ਵਿੱਚ ਪਾ ਦਿੰਦੇ ਨੇ। ਕਹਿੰਦੇ ਰਾਹ ਪਾਣੀ ਵਿੱਚ ਜ਼ਰੂਰਤ ਪੈ ਸਕਦੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ, ਇਹ ਨਹੀਂ ਲੈਣੀਆਂ, ਵਾਪਸ ਮੋੜ ਦਿਓ। ਤਾਂ ਬੇਬੇ ਜੀ ਕਹਿੰਦੇ ਨੇ, ਮੈਂ ਆਪਣੀ ਖੁਸ਼ੀ ਨਾਲ ਦੇ ਰਹੀ ਹਾਂ, ਰਾਹ ਵਿੱਚ ਤੁਹਾਡੇ ਕੰਮ ਆਵੇਗਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ,
ਆਪਣੀ ਖੁਸ਼ੀ ਅਗਰ ਦੇਣੀ ਹੈ ਤਾਂ ਸਾਨੂੰ ਕਰਤਾਰ ਦੇ ਹਵਾਲੇ ਕਰ ਦਿਓ, ਕਿਉਂਕਿ ਅੰਦਰੋਂ ਪਕੜ ਪਾਈ ਹੋਈ ਹੈ ਨਾ, ਮੋਹ ਦੀ ਤੰਦ ਪਾਈ ਹੋਈ ਹੈ ਭੈਣ ਨਾਨਕੀ ਜੀ ਨੇ। ਤਾਂ ਸਤਿਗੁਰ ਤਾਂ ਨਿਰਲੇਪ ਨੇ, ਲੇਕਿਨ ਹਾਲੇ ਭੈਣ ਨਾਨਕੀ ਜੀ, ਬੇਬੇ ਨਾਨਕੀ ਜੀ ਜਿਹੜੇ ਅੰਦਰੋਂ ਮਨ ਉਹਨਾਂ ਦਾ ਇਜਾਜ਼ਤ ਨਹੀਂ ਦੇ ਰਿਹਾ, ਉੱਪਰੋਂ ਤਾਂ ਦੇ ਰਿਹਾ, ਤਾਂ ਕਹਿੰਦੇ ਨੇ ਵੀ ਸਾਨੂੰ ਕਰਤਾਰ ਦੇ ਹਵਾਲੇ ਕਰ ਦਿਓ। ਉੱਥੇ ਫਿਰ ਭੈਣ ਨਾਨਕੀ ਜੀ ਨੇ ਕਿਹਾ ਕਰਤਾਰ ਭਲਾ ਕਰੇ। ਸੋ ਅੰਦਰੋਂ ਵੀ ਉਹਨਾਂ ਦੀ ਰੂਹ ਨੇ ਵੀ ਇਜਾਜ਼ਤ ਦੇ ਦਿੱਤੀ। ਫਿਰ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਤੁਸੀਂ ਡੋਲਣਾ ਨਹੀਂ, ਧੀਰਜ ਰੱਖਣਾ। ਤਾਂ ਬੇਬੇ ਨਾਨਕੀ ਜੀ ਨੇ ਕਿਹਾ ਮੈਂ ਡੋਲਾਂਗੀ ਨਹੀਂ, ਮੈਂ ਧੀਰਜ ਰੱਖਾਂਗੀ, ਪਰ ਇੱਕ ਵਾਅਦਾ ਕਰਕੇ ਜਾਓ। ਹਾਂਜੀ, ਕੀ? ਤਾਂ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਤੁਸੀਂ 100 ਹੁਕਮ ਕਰੋ। ਇੰਨਾ ਸਤਿਕਾਰ ਦਿੰਦੇ ਨੇ ਬੇਬੇ ਨਾਨਕੀ ਜੀ ਨੂੰ, ਕਹਿੰਦੇ ਤੁਸੀਂ 100 ਹੁਕਮ ਕਰੋ। ਬੇਬੇ ਨਾਨਕੀ ਜੀ ਕਹਿੰਦੇ ਨੇ ਜਦੋਂ ਮੈਂ ਯਾਦ ਕਰਾਂ ਨਾ ਤੁਸੀਂ ਆ ਜਾਣਾ। ਉੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵਾਅਦਾ ਕਰਕੇ ਗਏ। ਔਰ ਇਤਿਹਾਸ ਵਿੱਚ ਅਸੀਂ ਕਿੰਨਾ ਦੇਖਦੇ ਹਾਂ, ਸੁਣਦੇ ਹਾਂ ਵੀ ਬੇਬੇ ਨਾਨਕੀ ਜੀ ਨੇ ਫੁਲਕਾ ਪਾਇਆ ਤਵੇ ਦੇ ਉੱਤੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸੇ ਵੇਲੇ ਹਾਜ਼ਰ ਹੋ ਗਏ। ਇਹਦੇ ਜ਼ਿਕਰ ਆਉਂਦੇ ਨੇ ਸਾਖੀਆਂ ਵਿੱਚ, ਜਨਮ ਸਾਖੀਆਂ ਦੇ ਵਿੱਚ, ਕਿਉਂਕਿ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਦੱਸ ਦਿੰਦੇ ਸਨ ਹਾਲੇ ਅਸੀਂ ਹੋਰ ਬਹੁਤ ਅੱਗੇ ਜਾਣਾ, ਬਹੁਤ ਅੱਗੇ ਜਾਣਾ, ਤਾਂ ਅਚਾਨਕ ਰਸਤੇ ਵਿੱਚ ਕਹਿੰਦੇ ਸਨ ਮਰਦਾਨਿਆਂ ਚਲੋ ਬਈ ਵਾਪਸ ਚਲੋ, ਸੁਲਤਾਨਪੁਰ ਜਾਣਾ। ਕਿਹਾ ਬਾਬਾ ਹਲੇ ਤਾਂ ਕਿਹਾ ਅਸੀਂ ਬਹੁਤ ਅੱਗੇ ਜਾਣਾ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਮਰਦਾਨਿਆਂ ਚੱਲਿਆ ਨਹੀਂ ਜਾਂਦਾ। ਇੰਨਾ ਵੈਰਾਗ ਬੇਬੇ ਨਾਨਕੀ ਦੇ ਅੰਦਰ, ਇੰਨਾ ਵੈਰਾਗ, ਇੰਨਾ ਪ੍ਰੇਮ ਦੀ ਖਿੱਚ ਹੈ, ਇੱਕ ਕਦਮ ਵੀ ਨਹੀਂ ਚੱਲਿਆ ਜਾਂਦਾ। ਸੋ ਇਹ ਹੈ ਪ੍ਰੇਮ, ਇਹ ਪ੍ਰੇਮ ਦੀ ਖਿੱਚ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਤਾਂ ਖਿੱਚ ਕੇ ਰੱਖ ਲੈਂਦਾ। ਸੋ ਉੱਥੇ ਹੀ ਮਹਾਰਾਜ ਜੀ ਆਉਂਦੇ ਸਨ। ਇੱਕ ਦੂਸਰੀ ਰਾਏ ਬੁਲਾਰ ਜੀ, ਉਹਨਾਂ ਦਾ ਵੀ ਅਕਸਰ ਚੱਲੇ ਜਾਣਾ ਤਾਂ ਦੱਸਣਾ ਵੀ ਹਾਲੇ ਹੋਰ ਅੱਗੇ ਜਾਣਾ, ਹਾਲੇ ਹੋਰ ਅੱਗੇ ਜਾਣਾ, ਚਲੋ ਚੱਲ, ਚਲੋ ਚੱਲ। ਅਚਾਨਕ ਕਹਿ ਦੇਣਾ ਭਾਈ ਮਰਦਾਨਾ ਜੀ ਚਲੋ ਤਲਵੰਡੀ। ਕਹਿ ਬਾਬਾ ਜੀ ਹਾਲੇ ਤਾਂ ਕਿਹਾ ਸੀ ਹੋਰ ਅੱਗੇ ਜਾਣਾ। ਕਹਿ ਰਾਏ ਬੁਲਾਰ ਦਾ ਭਾਰ ਜਿਹੜਾ ਹੈ ਨਾ ਪ੍ਰੇਮ ਦਾ, ਉਹ ਸਾਡੇ ਕੋਲ ਚੱਕਿਆ ਨਹੀਂ ਜਾਂਦਾ। ਹੁਣ ਤੁਹਾਨੂੰ ਦਰਸ਼ਨ ਦੇ ਕੇ ਹੀ ਇਹ ਭਾਰ ਜਿਹੜਾ ਲਾ ਹੋਣਾ। ਸੋ ਪ੍ਰੇਮ ਦਾ ਭਾਰ ਗੁਰੂ ਮਹਿਸੂਸ ਕਰਦਾ, ਜਦਕਿ ਗੁਰੂ ਕਿੰਨਾ ਹਲਕਾ ਹੈ। ਸੋ ਪ੍ਰੇਮ ਦਾ ਭਾਰ ਨਹੀਂ ਗੁਰੂ ਚੱਕ ਸਕਦਾ। ਉਹ ਕਹਿੰਦਾ ਉਹ ਦਰਸ਼ਨ ਦੇ ਕੇ ਹੀ ਉਹ ਭਾਰ ਉਤਾਰਿਆ ਜਾਣਾ। ਸੰਗਤ ਜੀ ਪ੍ਰੇਮ ਕਿੱਡੀ ਵੱਡੀ ਖੇਡ ਹੈ। ਇਹ ਇਹਨਾਂ ਮਹਾਂਪੁਰਖਾਂ ਦੇ, ਇਹ ਬੇਬੇ ਨਾਨਕੀ ਜੀ ਮਹਾਂਪੁਰਖ, ਰਾਏ ਬੁਲਾਰ ਜੀ ਮਹਾਂਪੁਰਖ, ਇਹਨਾਂ ਦੇ ਕਿਤੇ ਪ੍ਰੇਮ ਦਾ ਕਿਨਕਾ ਕੁ ਮਾਤਰ ਧੂੜੀ ਵੀ ਸਾਡੇ ਅੰਦਰ ਆ ਜਾਵੇ ਨਾ, ਤਾਂ ਅਸੀਂ ਸਮਝਾਂਗੇ ਵੀ ਸਾਡਾ ਵੀ ਜਨਮ ਜਿਹੜਾ ਹੈ ਉਹ ਕਿਨਕਾ ਕੁ ਮਾਤਰ ਸਫਲਾ ਹੋ ਗਿਆ। ਸੰਗਤ ਜੀ ਭਾਈ ਮਰਦਾਨਾ ਜੀ ਬੜੀਆਂ ਸੁੰਦਰ ਸੁੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਾਲ ਪਿਆਰੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਖੇਡਾਂ ਤਾਂ ਚੱਲੇ ਜਾ ਰਹੇ ਨੇ। ਚੱਲ ਸੂ ਚੱਲ, ਚੱਲ ਸੂ ਚੱਲ। ਔਰ ਕਿਹੋ ਜਿਹੇ ਹਾਲਾਤ ਨੇ, ਨੀਚੇ ਰੇਤ, ਉੱਪਰ ਆਸਮਾਨ ਵਿੱਚ ਤਾਰੇ, ਬੀਆਬਾਨ। ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹ ਕਿਸੇ ਸ਼ਾਹੀ ਘਰਾਂ ਵਿੱਚ ਨਹੀਂ ਸਨ ਜਾ ਕੇ ਠਹਿਰਦੇ। ਹਮੇਸ਼ਾ ਹੀ ਬਸ ਜੰਗਲ ਬੀਆਬਾਨ ਵਿੱਚ ਬੈਠਣਾ, ਉੱਥੇ ਕੀਰਤਨ, ਉੱਥੇ ਝੜੀਆਂ ਲੱਗਣੀਆਂ। ਔਰ ਇਹੋ ਜਿਹਾ ਕੀਰਤਨ ਜਿਵੇਂ ਸੁਲਤਾਨਪੁਰ ਵਿੱਚ ਪਹਿਲਾਂ ਸ਼ੁਰੂ ਹੋਇਆ ਸੀ ਤਾਂ ਕਹਿੰਦੇ ਸੀ ਸਾਰੇ ਬਿਸਮਾਦ ਵਿੱਚ ਆ ਗਏ ਸੀ, ਪਸ਼ੂ ਪੰਛੀ ਪਰਿੰਦੇ ਮਨੁੱਖ। ਜਦੋਂ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਮਿਲ ਕੇ ਕੀਰਤਨ ਦੀਆਂ ਝੜੀਆਂ ਲੱਗਦੀਆਂ ਸਨ, ਇੱਕ ਬਿਸਮਾਤ ਦਾ ਮਾਹੌਲ ਬਣ ਜਾਂਦਾ ਸੀ। ਸੋ ਭਾਈ ਮਰਦਾਨਾ ਜੀ ਬਾਬਾ ਨਾਨਕ ਜੀ ਨੂੰ ਕਿਹਾ ਵੀ ਬਾਬਾ ਕਿੱਥੇ ਲੈ ਆਏ ਆ? ਨੀਚੇ ਰੇਤ, ਆਸਮਾਨ ਚ ਤਾਰੇ। ਭਾਈ ਗੁਰਦਾਸ ਜੀ ਨੇ ਵੀ ਇਹਦਾ ਜ਼ਿਕਰ ਕੀਤਾ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਸਿਉ ਬਣਾਈ। ਤਾਂ ਭਾਈ ਮਰਦਾਨਾ ਜੀ ਦੀ ਵੀ ਨਾਲ ਹੀ ਤਪੱਸਿਆ ਹੋ ਰਹੀ ਹੈ। ਔਰ ਨਾਲ ਫਿਰ ਕਹਿੰਦੇ ਨੇ ਇੱਥੇ ਅਗਰ ਅਸੀਂ ਮਰ ਗਏ ਨਾ ਤੇ ਨਾ ਸਾਨੂੰ ਖੱਫਣ ਤੇ ਨਾ ਸਾਨੂੰ ਦਫਨ, ਨਾ ਸਾਨੂੰ ਕੋਈ ਦਫਨ ਕਰਨ ਵਾਲਾ ਹੋਣਾ, ਨਾ ਸਾਡੇ ਤੋਂ ਕੋਈ ਖੱਫਣ ਪਾਲ ਹੋਣਾ। ਅੱਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਮਰਦਾਨੇ ਜੀ ਨੂੰ ਕਰਤਾਰ ਦਾ ਨਾਮ ਲਓ। ਫਿਰ ਕਹਿੰਦੇ ਨੇ ਭਾਈ ਮਰਦਾਨਾ ਜੀ ਇੱਥੇ ਤਾਂ ਉਹ ਕੋਈ ਦਰਖਤ ਵੀ ਨਹੀਂ ਹੈਗਾ। ਕਹਿੰਦੇ ਕੋਈ ਦਰਖਤ ਵੀ ਨਜ਼ਰ ਆ ਜਾਵੇ ਨਾ, ਕੋਈ ਦਰਖਤ ਨਜ਼ਰ ਆ ਜਾਵੇ ਤਾਂ ਉਹਨੂੰ ਗੱਲ ਲੱਗ ਕੇ ਮੈਂ ਰੋਸਾਂ। ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਰਤਾਰ ਦਾ ਨਾਮ ਲਓ। ਇਹ ਸਾਡੇ ਜੀਵਨ ਵਿੱਚ ਜਦੋਂ ਲੱਗੇ ਕੋਈ ਤੰਗੀ ਫੰਗੀ ਆ ਨਹੀਂ ਮਿਲ ਰਿਹਾ, ਕਰਤਾਰ ਦਾ ਨਾਮ ਲਓ। ਉਦਾਸੀ ਬੀਆਮਾਨ ਜ਼ਿੰਦਗੀ ਪਤਾ ਨਹੀਂ ਕਿੱਥੇ ਲੈ ਜਾਂਦੀ ਹੈ, ਕਰਤਾਰ ਦਾ ਨਾਮ ਲਓ। ਭਾਈ ਮਰਦਾਨਾ ਜੀ ਕਹਿੰਦੇ ਨੇ ਆਪਣੇ ਦੇਸ਼ ਦਾ ਅਗਰ ਇੱਥੇ ਕੋਈ ਕੁੱਤਾ ਵੀ ਮਿਲ ਜਾਵੇ ਨਾ ਤਾਂ ਉਹਨੂੰ ਵੀ ਗੱਲ ਲੱਗ ਕੇ ਰੋਸਾਂ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਕਾਰਨ ਤਾਂ ਇੱਧਰ ਆਏ ਹਾਂ ਬੀਆਮਾਨ ਵਿੱਚ, ਵੀ ਕੁੱਤਿਆਂ ਤੋਂ ਪਿੱਛਾ ਛੁੱਟ ਜਾਵੇ। ਉੱਥੇ ਇਸ਼ਾਰਾ ਹੈ
ਇਹ ਜਿਹੜੀਆਂ ਅੰਦਰ ਦੀਆਂ ਤੰਦਾਂ ਮੋਹ ਦੀਆਂ ਪਈਆਂ ਹੋਈਆਂ ਨੇ, ਇਹ ਵੀ ਸਾਡੇ ਕੋਲ ਇੱਥੋਂ ਵੀ ਜਿਹੜਾ ਪਿੱਛਾ ਛੁੱਟ ਜਾਵੇ। ਸੋ ਨਾਲ ਕਹਿੰਦੇ ਨੇ ਕਰਤਾਰ ਦਾ ਨਾਮ ਲਓ। ਹਰ ਜਗ੍ਹਾ ਜਿੱਥੇ ਭਾਈ ਮਰਦਾਨਾ ਜੀ ਥੋੜਾ ਉਦਾਸੀ ਦਿਖਾਉਂਦੇ ਨੇ, ਕਹਿੰਦੇ ਨੇ ਕਰਤਾਰ ਦਾ ਨਾਮ ਲਓ। ਸੋ ਇੱਕ ਦਿਨ ਸਤਿਗੁਰ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ ਪਿੱਛੇ ਭਾਈ ਮਰਦਾਨਾ ਜੀ, ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਾ ਝੋਲਾ ਪਕੜ ਲੈਂਦੇ ਨੇ, ਜਿਵੇਂ ਬੱਚਾ ਮਾਂ ਦਾ ਪਕੜ ਲੈਂਦਾ ਹੈ, ਸਾਥੀ ਦਾ ਪਕੜ ਲੈਂਦਾ, ਝੋਲਾ ਪਕੜ ਲੈਂਦੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਪਿੱਛਾ ਮੁੜ ਕੇ ਦੇਖਦੇ ਨੇ ਤਾਂ ਭਾਈ ਮਰਦਾਨਾ ਜੀ ਕਹਿੰਦੇ ਨੇ, ਬਾਬਾ ਆ ਸਾਨੂੰ ਵਿਦਿਆ ਕਰੋ ਆਪਣੇ ਨਾਲ, ਮੈਂ ਸਾਨੂੰ ਛੁੱਟੀ ਦਿਓ, ਅਸੀਂ ਵਾਪਸ ਜਾਣਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਵੀ ਮਰਦਾਨਿਆ ਤੇਰੇ ਉੱਤੇ ਤਾਂ ਅਸਾਂ ਦੀ ਬਹੁਤ ਖੁਸ਼ੀ ਹੈ। ਤਾਂ ਭਾਈ ਮਰਦਾਨਾ ਜੀ ਕਹਿੰਦੇ ਨੇ, ਬਾਬਾ ਸੁਭਾਨ ਤੇਰੀ ਖੁਸ਼ੀ, ਪਰ ਅਸਾਂ ਨੂੰ ਵਿਦਿਆ ਕਰੋ। ਗੁਰੂ ਮਹਾਰਾਜ ਜੀ ਕਹਿੰਦੇ ਨੇ, ਵੀ ਮਰਦਾਨਿਆ ਸਾਡੇ ਤੋਂ ਬਿਨਾਂ ਤੂੰ ਰਹਿ ਲਏਗਾ? ਭਾਈ ਮਰਦਾਨਾ ਜੀ ਕਹਿੰਦੇ ਨੇ, ਬਾਬਾ ਤੇਰੇ ਤੋਂ ਬਿਨਾਂ ਮੈਂ ਕਿੱਥੇ ਰਹਿ ਲਵਾਂਗਾ, ਪਰ ਅਸਾਂ ਨੂੰ ਵਿਦਿਆ ਕਰੋ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਾਡੀ ਖੁਸ਼ੀ ਹੈ ਤੇਰੇ ਉੱਤੇ, ਤੂੰ ਸਾਡੇ ਤੋਂ ਬਿਨਾਂ ਰਹਿ ਨਹੀਂ ਸਕਦਾ, ਫਿਰ ਤੂੰ ਕਿਉਂ ਕਹਿੰਦਾ ਹੈ ਕਿ ਮੈਨੂੰ ਜਾਣ ਲਈ ਵਿਦਿਆ ਕਰੋ, ਇਜਾਜ਼ਤ ਦਿਓ। ਫਿਰ ਬਾਬਾ ਭਾਈ ਮਰਦਾਨਾ ਜੀ ਕਹਿੰਦੇ ਨੇ ਕਿ ਬਾਬਾ ਤੁਸੀਂ ਜਦੋਂ ਕੀਰਤਨ ਕਰਦੇ ਹੋ ਮੈਂ ਰਬਾਬ ਵਜਾਉਂਦਾ ਹਾਂ, ਤੁਸੀਂ ਉਸ ਤੋਂ ਬਾਅਦ ਕੀਰਤਨ ਤੋਂ ਬਾਅਦ ਚੁੱਪ ਹੋ ਜਾਂਦੇ ਹੋ, ਇੱਕ ਆਪਣੀ ਅੰਤਰਾਤਮਾ ਕਿੰਨਾ ਸਮਾਂ ਲੀਨ ਰਹਿੰਦੇ ਹੋ। ਤੇ ਮੈਂ ਜੰਗਲ ਬੀਆਬਾਨਾਂ 'ਚ ਰਹਿੰਦੇ ਹਾਂ, ਮਹਿਲਾਂ ਮੁਨਾਰਿਆਂ 'ਚ ਤੁਸੀਂ ਜਾਂਦੇ ਨਹੀਂ, ਤਾਂ ਮੈਂ ਉਸ ਵਕਤ ਕੀ ਕਰਾਂ? ਮੈਂ ਕਦੀ ਇੱਧਰ ਦੇਖਦਾ, ਕਦੀ ਉੱਧਰ ਦੇਖਦਾ। ਬਾਬਾ ਜੇ ਮੈਨੂੰ ਆਪਣੇ ਨਾਲ ਰੱਖਣਾ, ਤੁਸੀਂ ਦੇਖੋ ਇੱਕ ਭਗਤ ਦਾ, ਇੱਕ ਸਿੱਖ ਦਾ, ਇੱਕ ਦੋਸਤ ਦਾ, ਇੱਕ ਮਿੱਤਰ ਦਾ ਦਾਵਾ ਆਪਣੇ ਦੋਸਤ ਦੇ ਉੱਤੇ, ਆਪਣੇ ਪਿਆਰੇ ਦੇ ਉੱਤੇ, ਆਪਣੇ ਭਗਤ, ਆਪਣੇ ਗੁਰੂ ਦੇ ਉੱਤੇ, ਆਪਣੇ ਇਸ਼ਟ ਦੇ ਉੱਤੇ। ਬਾਬਾ ਜੇ ਮੈਨੂੰ ਆਪਣੇ ਨਾਲ ਰੱਖਣਾ ਹੈ ਨਾ, ਤਾਂ ਜਿਹੜੇ ਕੀਰਤਨ ਕਰਨ ਤੋਂ ਬਾਅਦ ਰਸ ਵਿੱਚ ਤੂੰ ਚਲਾ ਜਾਨਾ ਬਾਬਾ, ਫਿਰ ਮੈਨੂੰ ਵੀ ਉਹ ਰਸ ਬਖਸ਼। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਮਰਦਾਨੇ ਜੀ ਨੂੰ, ਮਰਦਾਨਿਆਂ ਤੇ ਭਲੀ ਵਸਤ ਮੰਗੀ ਹੈ। ਉਹ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਲਿਵਲੀਨ ਹੋ ਜਾਂਦੇ ਨੇ। ਸੋ ਇਹ ਦੇਖੋ ਮੰਗ ਵੀ ਕੀ ਮੰਗ ਰਹੇ ਨੇ ਭਾਈ ਮਰਦਾਨਾ ਜੀ। ਕੋਈ ਪਰਿਵਾਰ ਦੀ ਨਹੀਂ ਗੱਲ ਕਰ ਰਿਹਾ, ਮੰਗ ਕਹਿ ਰਹੇ ਨੇ, ਮੈਨੂੰ ਵੀ ਉਸ ਰਸ ਵਿੱਚ ਲੈ ਜਾ ਬਾਬਾ, ਜਿਸ ਰਸ ਵਿੱਚ ਤੂੰ ਆਪ ਚਲਾ ਜਾਂਦਾ। ਚਲੋ ਚੱਲੇ ਹੀ ਜਾ ਰਹੇ ਨੇ। ਹੁਣ ਭਾਈ ਮਰਦਾਨਾ ਜੀ ਇੱਕ ਦਿਨ ਕਹਿੰਦੇ ਨੇ, ਚੱਲਿਆ ਨਹੀਂ ਜਾ ਰਿਹਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਥੋੜਾ ਜਿਹਾ ਹੋਰ ਚੱਲਦੇ। ਕਹਿੰਦੇ ਨਹੀਂ, ਭੁੱਖ ਬਹੁਤ ਲੱਗੀ ਹੋਈ ਆ, ਬਹੁਤ ਭੁੱਖ ਲੱਗੀ ਹੋਈ ਆ, ਹੁਣ ਨਹੀਂ ਚੱਲਿਆ ਜਾ ਰਿਹਾ। ਬੈਠ ਜਾਂਦੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅੱਗੇ ਜਾਵਾਂਗੇ, ਬੱਸੋਂ ਆ ਜਾਏਗੀ, ਕੁਝ ਖਾਣ ਨੂੰ ਮਿਲ ਜਾਏਗਾ, ਥੋੜਾ ਹੋਰ ਚੱਲੋ। ਤਾਂ ਭਾਈ ਮਰਦਾਨਾ ਜੀ ਕੋਲ ਚੱਲਿਆ ਹੀ ਨਹੀਂ ਜਾ ਰਿਹਾ। ਕਹਿੰਦੇ ਸ਼ਕਤੀ ਨਹੀਂ, ਉਹ ਬੈਠ ਗਏ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਚਲੇ ਗਏ। ਥੋੜੀ ਦੇਰ ਬਾਅਦ ਵਾਪਸ ਆਏ ਨੇ, ਤਾਂ ਆਪਣੇ ਬੁੱਕ ਦੇ ਵਿੱਚ ਖਾਣ ਪੀਣ ਦੀਆਂ ਕਿੰਨੀਆਂ ਵਸਤਾਂ। ਭਾਈ ਮਰਦਾਨਾ ਜੀ ਨੇ ਦੇਖਿਆ, ਬੜੇ ਖੁਸ਼ ਹੋ ਗਏ। ਤਾਂ ਅੱਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਅੱਗੇ ਭਾਈ ਮਰਦਾਨਾ ਜੀ ਨੇ ਇਵੇਂ ਹੱਥ ਕੀਤੇ ਵੀ ਇਹ ਸਾਨੂੰ ਦੇ ਦਿਓ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪ ਗੋਡਿਆਂ ਭਰ ਹੋ ਗਏ। ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ, ਤੂੰ ਸਾਨੂੰ ਡਾਢਾ ਹੀ ਪਿਆਰਾ ਹੈ, ਸਾਡੇ ਹੱਥਾਂ ਵਿੱਚੋਂ ਛਕੋ। ਕਿੰਨਾ ਕੁ ਪ੍ਰੇਮ ਹੋਵੇਗਾ, ਸਾਡੇ ਹੱਥਾਂ 'ਚੋਂ ਛਕੋ। ਸੋ ਭਾਈ ਮਰਦਾਨਾ ਜੀ ਛਕ ਰਹੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨਿਹਾਰ ਰਹੇ ਨੇ, ਜਿਵੇਂ ਮਾਂ ਇੱਕ ਬੱਚੇ ਨੂੰ ਖਿਲਾ ਕੇ ਖੁਸ਼ ਹੁੰਦੀ ਹੋਵੇ। ਤਾਂ ਸੰਗਤ ਜੀ, ਸੰਸਾਰ ਦੇ ਇਤਿਹਾਸ ਵਿੱਚ ਜਾਂ ਧਰਮ ਦਾ ਵਿਧਾਨ ਹੈ, ਸਿੱਖ ਗੁਰੂ ਦੀ ਸੇਵਾ ਕਰਦਾ ਹੈ, ਪਰ ਇਹ ਬਾਬਾ ਨਾਨਕ ਕਿਹੋ ਜਿਹੇ ਨੇ ਕਿ ਆਪਣੇ ਸਿੱਖ ਦੀ ਸੇਵਾ ਕਰ ਰਹੇ ਨੇ। ਭਾਈ ਮਰਦਾਨਾ ਜੀ ਸਤਿਗੁਰਾਂ ਦੇ ਬੁੱਕ ਵਿੱਚੋਂ, ਹੱਥਾਂ ਵਿੱਚੋਂ ਛਕ ਰਹੇ ਨੇ, ਔਰ ਗੁਰੂ ਨਾਨਕ ਦੇਵ ਜੀ ਗੋਡਿਆਂ ਭਾਰ ਗੋਡੇ ਹੋ ਗਏ ਨੇ ਵੀ ਛਕ ਲਓ। ਉਹ ਭਾਈ ਮਰਦਾਨਾ ਜੀ ਛਕ ਕੇ ਕਹਿੰਦੇ ਨੇ, ਸਵਾਦ ਹੈ। ਮਹਾਰਾਜ ਜੀ ਕਹਿੰਦੇ ਨੇ, ਹਲੇ ਅਗਰ ਜਾਂਦੇ ਨਾ ਜਿਸੇ ਬਸੋਂ ਵਾਦੀ ਹੈ, ਤੁਹਾਨੂੰ ਹੋਰ ਬਹੁਤ ਅੱਛੇ ਪਕਵਾਨ ਮਿਲਣੇ ਸਨ। ਸੋ ਤੋਂ ਅੱਗੇ ਜਦੋਂ ਅੱਗੇ ਪੜਾਅ ਕੀਤਾ ਤਾਂ ਬਹੁਤ ਪਕਵਾਨ ਮਿਲੇ। ਸੋ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਵੀ ਬਾਬਾ ਤੈਨੂੰ ਤਾਂ ਭੁੱਖ ਨਹੀਂ ਲੱਗਦੀ, ਤੂੰ ਅਤੀਤ ਪੁਰਖ ਹੈ, ਜੇ ਮੈਨੂੰ ਆਪਣੇ ਨਾਲ ਰੱਖਣਾ ਨਾ ਬਾਬਾ, ਤਾਂ ਮੈਨੂੰ ਵੀ ਤ੍ਰਿਪਤ ਕਰ ਦੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੇਰੀ ਭੁੱਖ ਨੇ ਵੀ ਕਿੰਨਿਆਂ ਦਾ ਕਲਿਆਣ ਕਰ ਦੇਣਾ। ਸੋ ਕਿੰਨਿਆਂ ਦਾ ਕਲਿਆਣ ਹੋਇਆ, ਕਿੰਨੀਆਂ ਵਿਧਾਂ ਬਣੀਆਂ। ਸੋ ਭਾਈ ਮਰਦਾਨਾ ਜੀ ਕੋਈ ਭੁੱਖੇ ਨਹੀਂ ਸਨ, ਉਹ ਵੀ ਤ੍ਰਿਪਤ ਰੂਹ ਸੀ, ਲੇਕਿਨ ਉਹ ਭੁੱਖ ਲਗਾ ਕੇ ਵੀ ਉਹ ਕਲਿਆਣ ਹੁੰਦਾ ਸੀ। ਚਲੋ ਸੋ ਚੱਲਦੇ ਗਏ। ਬਹੁਤ ਇਤਿਹਾਸ ਹੈ
ਆਪਾਂ ਸਾਰੇ ਜਾਣਦੇ ਹਾਂ ਵੀ ਕਿੱਥੇ-ਕਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਦਾ-ਕਿਹਦਾ ਕਲਿਆਣ ਕੀਤਾ। ਕਦੀ ਰਾਖਸ਼ਾਂ ਕੋਲ ਗਏ, ਕਦੀ ਜੋਗੀਆਂ ਕੋਲ, ਕਦੀ ਸਾਧੂਆਂ ਕੋਲ, ਕਦੀ ਚੋਰਾਂ ਕੋਲ, ਕਦੀ ਠੱਗਾਂ ਕੋਲ, ਇਹ ਭਾਈ ਮਰਦਾਨਾ ਜੀ ਨਾਲ ਨੇ। ਕਦੀ ਰਾਜਿਆਂ ਕੋਲ, ਕਦੀ ਗਰੀਬਾਂ ਦੇ ਕੋਲ, ਕਦੀ ਸਾਧੂ ਮਹਾਂਪੁਰਖਾਂ ਦੇ ਕੋਲ, ਕਦੀ ਜੋਗੀਆਂ, ਨਾਥਾਂ ਕੋਲ, ਕਦੀ ਕੰਦਰਾਂ 'ਚ, ਕਦੀ ਪਰਬਤਾਂ 'ਚ, ਕਿੰਨਾ ਚੱਲ-ਚੱਲ ਕੇ ਪੈਦਲ ਯਾਤਰਾ, ਚੱਲ-ਚੱਲ ਕੇ ਭਾਈ ਮਰਦਾਨਾ ਜੀ ਨਾਲ ਨੇ। ਤੋ ਭਾਈ ਮਰਦਾਨਾ ਜੀ ਤਪੱਸਿਆ ਥੋੜ੍ਹੀ ਨਹੀਂ। ਜਨਮ ਸਾਖੀ ਵਿੱਚ ਆਉਂਦਾ ਹੈ ਕਿ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੀਰਤਨ ਕਰਦੇ ਨੇ, ਭਾਈ ਬਾਲਾ ਜੀ ਦੱਸਦੇ ਨੇ ਕਿ ਜਦੋਂ ਤਾਂ ਬੰਦਗੀ ਵਿੱਚ ਨੇ, ਏਕਾਂਤ ਵਿੱਚ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣੇ ਅੰਤਰਾਤਮਾ, ਭਾਈ ਮਰਦਾਨਾ ਜੀ 5 ਕਦਮ ਪਿੱਛੇ ਹੋ ਕੇ ਪਹਿਰਾ ਦਿੰਦੇ ਨੇ। ਜੇ ਕੋਈ ਪੰਛੀ, ਪਸ਼ੂ, ਕੋਈ ਮਨੁੱਖ ਜਿਹੜਾ ਹੈ, ਉਹ ਜਿਹੜਾ ਹੈ ਡਿਸਟਰਬੈਂਸ ਨਾ ਦੇਵੇ ਕਿਸੇ ਵੀ ਤਰ੍ਹਾਂ ਦੀ। ਉਦੋਂ ਪੂਰਾ ਪਹਿਰਾ ਦਿੰਦੇ ਨੇ। ਔਰ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੀਰਤਨ ਕਰਦੇ ਨੇ, ਭਾਈ ਮਰਦਾਨਾ ਜੀ ਗੋਡੇ ਦੇ ਨਾਲ ਗੋਡਾ ਜੋੜ ਕੇ ਰਬਾਬ ਵਜਾਉਂਦੇ ਨੇ। ਇਹ ਕਿਹੋ ਜਿਹਾ ਪਿਆਰ, ਕਿਹੋ ਜਿਹੀ ਸਾਂਝ, ਕਿਹੋ ਜਿਹੀ ਨੇੜਤਾ। ਨਾਲੇ ਪਹਿਰੇਦਾਰ ਵੀ ਨੇ, ਨਾਲੇ ਮਿੱਤਰ ਵੀ ਨੇ, ਨਾਲੇ ਸਾਥੀ ਵੀ ਨੇ ਭਾਈ ਗੁਰਦਾਸ ਭਾਈ ਮਰਦਾਨਾ ਜੀ। ਸੋ ਹੁਣ ਹੋਰ ਚੱਲ ਸੋ ਚੱਲ, ਚੱਲ ਸੋ ਚੱਲ, ਚੱਲ ਸੋ ਚੱਲ, ਬਹੁਤਾ ਇਤਿਹਾਸ ਨਹੀਂ ਅਸੀਂ ਜ਼ਿਕਰ ਕਰ ਸਕਦੇ। ਥੋੜ੍ਹਾ ਹੀ ਆਪਾਂ ਹੁਣ ਉਹ ਸਮਾਂ ਲਈਏ ਜਦੋਂ ਭਾਈ ਮਰਦਾਨਾ ਜੀ ਨੂੰ ਅੰਤਮ ਵਿਦਾਇਗੀ ਦਿੱਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ। ਸੋ ਕੁਰਮ ਦਰਿਆ ਜਿਹੜਾ ਹੈ, ਉੱਥੇ ਚਲੇ ਜਾ ਰਹੇ ਨੇ ਕਿਨਾਰੇ-ਕਿਨਾਰੇ। ਇਸ ਤੋਂ ਪਹਿਲਾਂ ਕਿਸੇ ਨਗਰ ਦੇ ਵਿੱਚ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਿਹਾ ਸੀ ਕਿ ਹੁਣ ਮੈਨੂੰ ਘਰ ਜਾਣ ਦੀ ਇਜਾਜ਼ਤ ਦਿਓ, ਥੋੜ੍ਹੇ ਹੀ ਦਿਨ ਨੇ ਮੇਰੇ ਜੀਵਨ ਦੇ। ਉਹ ਵੀ ਐਡੀ ਉੱਚੀ ਅਵਸਥਾ ਦੇ ਮਾਲਕ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਮਰਦਾਨਾ ਜੀ ਨੂੰ ਵੀ ਤੁਹਾਡਾ ਲੰਗਰ ਪ੍ਰਸ਼ਾਦਾ ਜਿਹੜਾ ਕੁਰਮ ਜਿਹੜਾ ਨਗਰ ਹੈ, ਉੱਥੇ ਤੁਹਾਡਾ ਲਿਖਿਆ ਹੋਇਆ। ਤੇ ਜਗ੍ਹਾ, ਸਥਾਨ, ਕਾਰਨ, ਇਹ ਸਭ ਪਹਿਲਾਂ ਹੀ ਜਿਹੜੇ ਨੇ ਇਹ ਨੀਤੀ ਵੱਲੋਂ ਤੈਅ ਕੀਤੇ ਹੁੰਦੇ ਨੇ। ਸੋ ਪਰਿਵਾਰ 'ਚ ਨਹੀਂ ਹੁਣ ਜਾਣਾ, ਹੁਣ ਅੱਗੇ ਹੀ ਜਾਣਾ। ਭਾਈ ਮਰਦਾਨਾ ਜੀ 7 ਵਚਨ ਕਰਕੇ ਤੁਰ ਪਏ। ਸੋ ਜਦੋਂ ਉੱਤੇ ਕੁਰਮ ਦਰਿਆ ਦੇ ਕਿਨਾਰੇ-ਕਿਨਾਰੇ ਜਾ ਰਹੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਭਾਈ ਮਰਦਾਨਾ ਜੀ, ਤਾਂ ਉੱਥੇ ਭਾਈ ਮਰਦਾਨਾ ਜੀ ਕਹਿੰਦੇ ਨੇ ਕਿ ਬਾਬਾ ਜੀ ਥਕਾਨ ਲੱਗ ਰਹੀ ਹੈ, ਸਰੀਰ ਥੱਕਿਆ-ਥੱਕਿਆ ਲੱਗ ਰਿਹਾ। ਮਹਾਰਾਜ ਕਹਿੰਦੇ ਆਰਾਮ ਕਰ ਲੈਂਦੇ ਹਾਂ। ਸੋ ਦਰੱਖਤ ਦੇ ਨੀਚੇ ਨੂੰ ਲੈ ਗਏ ਭਾਈ ਮਰਦਾਨਾ ਜੀ ਨੂੰ। ਬਾਲਾ ਜੀ ਵੀ, ਭਾਈ ਬਾਲਾ ਜੀ ਵੀ ਨਾਲ ਨੇ। ਉੱਥੇ ਲੈ ਗਏ ਨੇ। ਭਾਈ ਮਰਦਾਨਾ ਜੀ ਪਹਿਲਾਂ ਬੈਠੇ, ਫਿਰ ਬੈਠਿਆ ਨਹੀਂ ਗਿਆ, ਫਿਰ ਲੇਟ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੋਲ ਆਉਂਦੇ ਨੇ, ਮੱਥੇ 'ਤੇ ਹੱਥ ਰੱਖਿਆ ਤੇ ਕਹਿੰਦੇ ਨੇ ਭਾਈ ਜੀ ਹੁਣ ਤੁਸਾਂ ਸਾਨੂੰ ਵਿਛੋੜਾ ਦੇ ਕੇ ਜਾ ਰਹੇ ਹੋ, ਉਹ ਸਮਾਂ ਆ ਗਿਆ। ਤਾਂ ਆਪਣੀ ਗੋਦੀ ਵਿੱਚ ਲੈ ਲੈਂਦੇ ਨੇ ਭਾਈ ਮਰਦਾਨਾ ਜੀ ਨੇ ਉਹਨਾਂ ਦਾ ਸਿਰ। ਸੋ ਕਿਤਨਾ ਇੱਕ ਅਲੌਕਿਕ, ਇੱਕ ਆਨੰਦਮਈ, ਜਿਹਨੂੰ ਸ਼ਬਦ ਬਿਆਨ ਨਹੀਂ ਕਰ ਸਕਦੇ, ਕਿਹੋ ਜਿਹਾ ਸਮਾਂ ਹੋਵੇਗਾ। ਉਹ ਭਾਈ ਮਰਦਾਨਾ ਜੀ ਜਿਹੜੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨਾਲੋਂ ਨਾਲ ਇੱਕ ਉਦਾਸੀ 10-11 ਸਾਲ ਦੀ ਵੀਰੇ, 4 ਉਦਾਸੀਆਂ ਆਪਾਂ ਜ਼ਿਕਰ ਕਰਦੇ ਹਾਂ। 10-11 ਸਾਲ ਭਾਈ ਮਰਦਾਨਾ ਜੀ ਹਰ ਵੇਲੇ ਅੰਗ ਸੰਗ, ਨਾ ਪਰਿਵਾਰ ਨਾ ਕੁਛ ਹੋਰ, ਬੀਆਬਾਨ, ਕਿੱਡੀ ਕੁ ਤਪੱਸਿਆ ਔਰ ਕੀਰਤਨ। ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ। ਭਾਈ ਮਰਦਾਨਾ ਜੀ ਹਰ ਜਗ੍ਹਾ ਨਾਲ ਨੇ। ਸੋ ਕੀ ਕੁਛ ਨਹੀਂ ਕਮਾਇਆ ਹੋਏਗਾ ਭਾਈ ਮਰਦਾਨਾ ਜੀ ਨੇ, ਰੂਹਾਨੀਅਤ ਦਾ, ਬਾਬੇ ਨਾਨਕ ਦੀ ਦ੍ਰਿਸ਼ਟੀ ਦਾ, ਬਾਬੇ ਨਾਨਕ ਦੀ ਸ਼ੋਅ ਦਾ, ਬਾਬੇ ਨਾਨਕ ਦੇ ਅੰਗ ਸੰਗ ਰਹਿ ਕੇ। ਸੋ 10-11 ਸਾਲ ਔਰ 4 ਉਦਾਸੀਆਂ ਵਿੱਚ ਕਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਨਾਲ ਰਹੇ ਨੇ ਭਾਈ ਮਰਦਾਨਾ ਜੀ। ਇੱਥੇ ਇਤਿਹਾਸਕਾਰਾਂ ਦਾ ਥੋੜ੍ਹਾ ਜਿਹਾ ਅਲੱਗ ਮਤ ਵੀ ਹੈ। ਕੁਛ ਕਹਿੰਦੇ ਨੇ ਸਾਰੀਆਂ ਉਦਾਸੀਆਂ ਵਿੱਚ ਨਹੀਂ ਗਏ, ਕੁਛ ਕਹਿੰਦੇ ਨੇ ਸਾਰੀ ਜਗ੍ਹਾ ਗਏ ਨੇ। ਚਲੋ ਇਹ ਉਹ ਵਿਚਾਰਾਂ ਕਰ ਲੈਣਗੇ, ਪਰ ਕਿੰਨਾ ਸਮਾਂ ਰਹੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਾਲ ਭਾਈ ਮਰਦਾਨਾ ਜੀ ਜਿਹੜੇ ਨੇ। ਸੋ ਜਦੋਂ ਕੁਰਮ ਦਰਿਆ ਦੇ ਕਿਨਾਰੇ ਪਹੁੰਚੇ ਨੇ, ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪਣੀ ਗੋਦੀ ਵਿੱਚ ਲੈ ਲਿਆ ਭਾਈ ਮਰਦਾਨਾ ਜੀ ਦਾ ਸੀਸ। ਤਾਂ ਉੱਥੇ ਮਹਾਰਾਜ ਜੀ ਬੜੇ ਪ੍ਰੇਮ ਨਾਲ ਕਹਿੰਦੇ ਨੇ ਭਾਈ ਜੀ, ਭਾਈ ਮਰਦਾਨਾ ਜੀ ਨੂੰ ਬੜੇ ਪ੍ਰੇਮ ਨਾਲ ਕਿ ਭਾਈ ਜੀ ਹੁਣ ਤੁਸੀਂ ਇਹ ਸਰੀਰ ਛੱਡ ਜਾਣਾ ਹੈ, ਤੇ ਤੁਹਾਡੀ ਅੰਤਮ ਜਿਹੜੀਆਂ ਉਹ ਰਸਮਾਂ ਅਸੀਂ ਕਿਵੇਂ ਕਰੀਏ? ਕਿ ਤੁਹਾਨੂੰ ਦਫਨਾ ਦਈਏ, ਕਿ ਅਗਨੀ ਭੇਟਾ ਕਰ ਦਈਏ, ਕਿ ਜਾਂ ਤੁਹਾਡੀ ਕੋਈ ਯਾਦਗਾਰ ਬਣਾ ਦਈਏ, ਕਿ ਧਰਮਸ਼ਾਲਾ ਬਣਵਾ ਦਈਏ? ਭਾਈ ਮਰਦਾਨਾ ਜੀ ਖਾਮੋਸ਼, ਕੁਛ ਨਹੀਂ ਬੋਲੇ। ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜੀ ਦੱਸੋ ਤੁਸੀਂ ਕੀ ਚਾਹੁੰਦੇ ਹੋ, ਤੁਹਾਡੀ ਕੀ ਇੱਛਾ ਹੈ?
ਉਸ ਵਕਤ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ, ਬਾਬਾ ਮੈਂ ਤੁਸਾਂ ਨੂੰ ਅੱਛੀ ਤਰ੍ਹਾਂ ਜਾਣਦਾ ਹਾਂ। ਹੁਣ ਤੁਸੀਂ ਆਪਣੀ ਗੋਦੀ ਵਿੱਚ ਮੈਨੂੰ ਆਜ਼ਾਦ ਕਰਨ ਲੱਗੇ ਹੋ ਔਰ ਮੈਨੂੰ ਤੁਸੀਂ ਚੂਨੇ ਗਾਰੇ ਇੱਟਾਂ ਵਿੱਚ ਕੈਦ ਨਹੀਂ ਕਰੋਗੇ। ਸੋ ਭਾਈ ਮਰਦਾਨਾ ਜੀ ਜਾਣਦੇ ਨੇ ਬਾਬਾ ਨਾਨਕ ਜੀ ਨੂੰ। ਤਾਂ ਉਹਨਾਂ ਦੀ ਕੀ ਅਵਸਥਾ ਆ? ਉਹ ਕਹਿ ਰਹੇ ਨੇ ਕਿ ਤੁਹਾਡੀ ਗੋਦੀ ਵਿੱਚ ਤੁਸੀਂ ਮੈਨੂੰ ਆਜ਼ਾਦ ਕਰਨ ਲੱਗੇ ਹੋ, ਹੁਣ ਮੈਨੂੰ ਚੂਨੇ ਇੱਟੇ ਗਾਰਾਂ ਵਿੱਚ ਤੁਸੀਂ ਮੈਨੂੰ ਕੈਦ ਨਹੀਂ ਕਰ ਸਕਦੇ, ਨਹੀਂ ਕਰੋਗੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅਸਾਂ ਫਿਰ ਵੀ ਆਪ ਜੀ ਨੂੰ ਖਾਲੀ ਨਹੀਂ ਜਾਣ ਦੇਣਾ, ਮੰਗੋ ਤੁਸੀਂ ਕੀ ਮੰਗਦੇ ਹੋ, ਚਾਹੇ ਇਸ ਲੋਕ ਦਾ ਤੇ ਚਾਹੇ ਪਰਲੋਕ ਦਾ। ਤੇ ਭਾਈ ਮਰਦਾਨਾ ਜੀ ਬਾਬਾ ਨਾਨਕ ਜੀ ਨੂੰ ਦੇਖ ਕੇ ਪ੍ਰੇਮ ਭਰੀ ਦ੍ਰਿਸ਼ਟੀ ਦੇ ਨਾਲ ਕਹਿੰਦੇ ਨੇ, ਬਾਬਾ ਤੇਰੇ ਨਾਲ ਰਹਿ ਕੇ ਮੈਂ ਇੱਕ ਗੱਲ ਸਮਝ ਲਈ, ਇੱਕ ਗੱਲ ਜਾਣ ਲਈ। ਪੁੱਛਿਆ, ਵੇ ਮਰਦਾਨਿਆ ਕੀ ਜਾਣ ਲਿਆ? ਭਾਈ ਮਰਦਾਨਾ ਜੀ ਕਹਿੰਦੇ ਨੇ, ਬਾਬਾ ਮੈਂ ਜਾਣਿਆ ਤੈਂ ਖੁਦਾਏ ਪਾਇਆ, ਵੀ ਤੁਸੀਂ ਰੱਬ ਨੂੰ ਪਾਇਆ ਹੋਇਆ, ਤੂੰ ਖੁਦਾਈ ਦਾ ਰੂਪ ਹੈ, ਤੂੰ ਖੁਦਾਏ ਪਾਇਆ। ਬਾਬਾ ਮੈਂ ਇਹ ਜਾਣਿਆ ਤੂੰ ਖੁਦਾ ਦਾ ਡੂਮ, ਮੈਂ ਤੇਰਾ ਡੂਮ, ਤੂੰ ਨਿਰੰਕਾਰ ਦੀ ਕੀਰਤੀ ਕਰਦਾ ਔਰ ਮੈਂ ਅੰਦਰੋਂ ਤੇਰੀ ਕੀਰਤੀ ਕਰਦਾ, ਮੈਂ ਤੇਰਾ ਡੂਮ। ਬਾਬਾ ਨਾਲ ਭਾਈ ਮਰਦਾਨਾ ਜੀ ਕਹਿੰਦੇ ਨੇ, ਤੇਰਾ ਕਿਹਾ ਖੁਦਾਏ ਮੰਨਦਾ, ਮੇਰਾ ਕਿਹਾ ਤੂੰ ਮੰਨਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹਾਂ ਮਰਦਾਨਿਆ ਤੇਰਾ ਕਿਹਾ ਮੈਂ ਮੰਨਦਾ, ਤਾਂ ਹੀ ਤਾਂ ਕਿਹਾ ਦੱਸ ਤੇਰੀ ਕੀ ਇੱਛਾ ਹੈ, ਇਸ ਲੋਕ ਦੀ ਜਾਂ ਪਰਲੋਕ ਦੀ, ਜੋ ਮਰਜ਼ੀ ਮੰਗ ਲਾ। ਤਾਂ ਭਾਈ ਮਰਦਾਨਾ ਜੀ ਹੱਥ ਜੋੜ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ, ਬਾਬਾ ਅਸਾਂ ਨੂੰ ਵਿਛੋੜੀ ਨਾ, ਨਾ ਇੱਥੇ ਤੇ ਨਾ ਉੱਥੇ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਫਿਰ ਭਾਈ ਮਰਦਾਨਾ ਜੀ ਨੂੰ ਇਹ ਬਚਨ ਕਹੇ ਸਨ। ਭਾਈ ਬਾਲਾ ਜੀ ਨੇ ਰਿਕਾਰਡ ਕੀਤੇ ਨੇ, ਜਨਮ ਸਾਖੀ ਵਿੱਚ ਲਿਖਿਆ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਮਰਦਾਨਾ ਜੀ ਨੂੰ, ਜਾਂ ਮਰਦਾਨਿਆ ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ, ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ। ਸੋ ਕਿੱਥੇ ਹੈ ਵਾਸਾ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ? ਬਾਣੀ ਗੁਰੂ। ਸੋ ਬਾਣੀ ਗੁਰੂ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਬਾਣੀ ਵਿੱਚ ਨੇ। ਫਿਰ ਭਾਈ ਮਰਦਾਨਾ ਜੀ ਕਿੱਥੇ ਹੋਏ? ਉਹ ਵੀ ਬਾਣੀ ਦੇ ਵਿੱਚ ਹੀ ਹੋਏ। ਉਹ ਜਿਹੜੇ ਰਾਗਾਂ ਵਿੱਚ ਨੇ ਭਾਈ ਮਰਦਾਨਾ ਜੀ ਨੇ, ਜਿਹੜੇ ਬਾਣੀ ਦੇ ਸ਼ਬਦ ਨੇ ਉਹਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਇੱਕਮਿਕ ਹੋਏ ਪਏ ਨੇ। ਉੱਥੋਂ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਸੰਗਤ ਜੀ, ਭਾਈ ਮਰਦਾਨਾ ਜੀ ਜਦ ਤੱਕ ਤਿਆਰ ਨਹੀਂ ਹੋਏ ਉਦਾਸੀਆਂ ਤੇ ਨਹੀਂ ਗਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ। ਹੁਣ ਭਾਈ ਮਰਦਾਨਾ ਜੀ ਸਰੀਰ ਛੱਡ ਚੁੱਕੇ ਨੇ ਆਪਣਾ ਚੋਲਾ, ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹ ਤੋਂ ਬਾਅਦ ਉਦਾਸੀਆਂ ਵੀ ਨਹੀਂ ਕੀਤੀਆਂ। ਸੋ ਰਬਾਬ ਚੱਕ ਕੇ ਸਿੱਧਾ ਫਿਰ ਤਲਵੰਡੀ ਆ ਗਏ। ਨਾ ਆਪਣੇ ਘਰ ਗਏ, ਨਾ ਭਾਈ ਮਰਦਾਨਾ ਜੀ ਦੇ ਘਰ ਗਏ। ਇੱਕ ਖੂਹ ਦੀ ਮਣ ਦੇ ਉੱਤੇ ਬੈਠ ਗਏ ਨੇ। ਜਦੋਂ ਲੋਕਾਂ ਨੂੰ ਉੱਥੇ ਪਤਾ ਚੱਲਿਆ, ਉਹ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਬਾਬਾ ਆਇਆ, ਬਾਬਾ ਆਇਆ। ਚੱਦਰਾਂ ਦਰੀਆਂ ਤੱਪੜ ਵਿਛ ਗਏ, ਬੈਠਣ ਲੱਗ ਗਈਆਂ ਸੰਗਤਾਂ ਆ ਕੇ। ਤਾਂ ਭਾਈ ਮਰਦਾਨਾ ਜੀ ਦਾ ਪੁੱਤਰ ਸ਼ਹਿਜਾਦ, ਭਾਈ ਸ਼ਹਿਜਾਦ ਜੀ ਵੀ ਆਏ। ਉਹ ਆਏ, ਉਹ ਵੀ ਆ ਕੇ ਬੈਠ ਗਏ। ਜਦੋਂ ਦੇਖਿਆ ਆਸ-ਪਾਸ ਵੀ ਅੱਬੂ ਨਜ਼ਰ ਨਹੀਂ ਆਉਂਦੇ ਆ, ਸੰਗਤਾਂ ਨੂੰ ਪੁੱਛਿਆ ਵੀ ਅੱਬੂ ਨਹੀਂ ਨਜ਼ਰ ਆ ਰਿਹਾ। ਉਹਨਾਂ ਨੂੰ ਵੀ ਨਹੀਂ ਸੀ ਕੁਛ ਪਤਾ, ਉਹ ਵੀ ਹੁਣੇ ਆ ਕੇ ਬੈਠੇ ਸਨ। ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਮੱਥਾ ਟੇਕ ਕੇ ਸਤਿਗੁਰਾਂ ਕੋਲੋਂ ਅਸੀਸ ਮਿਲੀ। ਕਿਹਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ, ਬਾਬਾ ਜੀ ਅੱਬੂ ਨਹੀਂ ਨਜ਼ਰ ਆਉਂਦੇ, ਅੱਬੂ ਕਿੱਥੇ ਹੈ? ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪੁੱਤਰ ਸ਼ਹਿਜਾਦ, ਅੱਬੂ ਜੀ ਆਪਣੇ ਨਿੱਜ ਘਰ ਚਲੇ ਗਏ ਨੇ। ਸਾਰੀਆਂ ਸੰਗਤਾਂ ਇੱਕਦਮ ਹਲਚਲ ਹੋ ਗਈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ, ਜਿਹੜੇ ਆਪਣੇ ਨਿੱਜ ਘਰ ਚਲੇ ਜਾਂਦੇ ਨੇ ਨਾ, ਉਹਨਾਂ ਲਈ ਅਫਸੋਸ ਨਹੀਂ ਕਰੀਦਾ। ਇਹ ਤਾਂ ਖੁਸ਼ੀ ਹੈ, ਇਹ ਤਾਂ ਜੀਵਨ ਸਫਲਾ ਹੋਇਆ ਹੈ। ਸੋ ਸਾਰੇ ਸ਼ਾਂਤ ਹੋ ਗਏ। ਤਾਂ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇੰਨੇ ਮੀਲ ਚੱਲ ਚੱਲ ਕੇ ਪੁੱਤਰ ਸ਼ਹਿਜਾਦ, ਤੁਹਾਨੂੰ ਤੁਹਾਡੇ ਪਿਤਾ ਜੀ ਦਾ ਮੈਂ ਸਰੋਪਾ ਦੇਣ ਆਇਆ ਹਾਂ। ਪੁੱਤਰ ਸ਼ਹਿਜਾਦ, ਮੰਗੋ ਤੁਸੀਂ ਕੀ ਮੰਗਦੇ ਹੋ। ਤਾਂ ਅੱਗਿਓਂ ਭਾਈ ਸ਼ਹਿਜਾਦ ਜੀ ਕਹਿੰਦੇ ਨੇ ਕਿ ਤੁਸੀਂ ਦੁਨੀਆ ਨੂੰ ਇਲਮ ਵੰਡਦੇ ਰਹੇ, ਆਪਣੇ ਤਾਂ ਆਪਾਂ ਅਨਪੜ੍ਹ ਹੀ ਰਹਿ ਗਏ, ਸਾਨੂੰ ਤਾਂ ਪਤਾ ਹੀ ਨਹੀਂ ਇਲਮ ਕੀ ਹੁੰਦਾ ਹੈ। ਨਾਲ ਫਿਰ ਕਹਿੰਦੇ ਨੇ ਕਿ ਸਾਨੂੰ ਤਾਂ ਇੰਨੀ ਵੀ ਸਮਝ ਨਹੀਂ ਹੈ, ਅਨਪੜ੍ਹ ਹੈਗੇ ਆ, ਸਾਨੂੰ ਇੰਨੀ ਵੀ ਨਹੀਂ ਸਮਝ ਕਿ ਵਡੇਰਿਆਂ ਤੋਂ ਕੀ ਮੰਗੀਦਾ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ, ਪੁੱਤਰ ਸ਼ਹਿਜਾਦ, ਫਿਰ ਵੀ ਕੁਛ ਤਾਂ ਤੁਸੀਂ ਮੰਗੋ, ਤੁਹਾਨੂੰ ਅਸੀਂ ਦੇਣਾ ਜ਼ਰੂਰ ਹੈ। ਤੁਹਾਡੇ ਅੱਬੂ ਨੂੰ ਵੀ ਅਸੀਂ ਖਾਲੀ ਨਹੀਂ ਜਾਣ ਦਿੱਤਾ।
ਅੱਗਿਓਂ ਭਾਈ ਸ਼ਹਿਜਾਦ ਜੀ ਕਹਿੰਦੇ ਨੇ ਹੱਥ ਜੋੜ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ, ਬਾਬਾ ਜੋ ਅੱਬੂ ਨੂੰ ਦਿੱਤਾ ਉਹੀ ਸਾਨੂੰ ਦੇ ਦਿਓ। ਸੋ ਦੇਖੋ ਇਹ ਭਾਈ ਸ਼ਹਿਜਾਦ ਜੀ ਕਿਹੋ ਜਿਹੇ ਨੇ, ਕਿੰਨਾ ਅੰਦਰ ਭੋਲਾਪਨ ਹੈ, ਕਿੰਨੀ ਸਰਲਤਾ। ਇਹ ਨਹੀਂ ਪੁੱਛਿਆ ਕਿ ਸਾਡੇ ਅੱਬੂ ਨੇ ਕੀ ਮੰਗਿਆ ਤੇ ਤੁਸੀਂ ਕੀ ਦਿੱਤਾ। ਬਸ ਇਹ ਪਤਾ ਹੈ ਕਿ ਦੋਨੋਂ ਵਡੇਰੇ ਨੇ, ਬਾਬਾ ਨਾਨਕ ਜੀ ਵੀ ਔਰ ਸਾਡੇ ਅੱਬੂ ਜੀ ਵੀ ਬਹੁਤ ਵਡੇਰੇ ਨੇ। ਵਡੇਰਿਆਂ ਨੇ ਵਡੇਰਿਆਂ ਪਾਸੋਂ ਵੱਡੀ ਵਸਤ ਮੰਗੀ ਹੋਵੇਗੀ। ਕਿਹਾ ਜੋ ਅੱਬੂ ਨੂੰ ਦਿੱਤਾ ਉਹੀ ਸਾਨੂੰ ਦੇ ਦਿਓ। ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜੀ ਰਬਾਬ ਕੰਧੇ ਤੇ ਚੱਕ ਕੇ ਇੰਨੀ ਦੂਰ ਤੋਂ ਆਏ ਸਨ ਮਹਾਰਾਜ ਜੀ, ਅਫਗਾਨਿਸਤਾਨ ਤੋਂ ਕੁਰਮ ਦਰਿਆ ਦੇ ਕਿਨਾਰੇ ਤੋਂ ਪੈਦਲ ਚੱਲ ਚੱਲ ਕੇ ਉਹ ਭਾਈ ਸ਼ਹਿਜਾਦ ਜੀ ਨੂੰ ਰਬਾਬ ਦਿੱਤੀ ਔਰ ਕਿਹਾ ਵੀ ਰਾਗ ਛੇੜੋ। ਸੋ ਉੱਥੇ ਫਿਰ ਕੀਰਤਨ ਦੀਆਂ ਝੜੀਆਂ ਲੱਗ ਗਈਆਂ। ਭਾਈ ਮਰਦਾਨਾ ਜੀ ਦੀ ਯਾਦ ਦੇ ਵਿੱਚ ਇਸ ਕੀਰਤਨ ਦੇ ਵਿੱਚ ਸਾਰਿਆਂ ਨੇ ਇਸ਼ਨਾਨ ਕੀਤਾ। ਕੀਰਤਨ ਦਾ ਇੱਕ ਦਰਿਆ ਵਗ ਪਿਆ। ਭਾਈ ਬਾਲਾ ਜੀ ਲਿਖਦੇ ਨੇ ਇੱਥੇ ਸਭ ਨੇ ਇਸ਼ਨਾਨ ਕੀਤਾ ਸੰਗਤਾਂ ਨੇ ਇਸ ਕੀਰਤਨ ਦੇ ਵਿੱਚ। ਤੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਦੇ ਉੱਤੇ ਜਿਹੜੀ ਕਿਰਪਾ ਦ੍ਰਿਸ਼ਟੀ ਪਾਈ, ਉਹਨਾਂ ਦੇ ਪੁੱਤਰ ਦੇ ਉੱਤੇ ਵੀ ਪਾ ਦਿੱਤੀ। ਜਦੋਂ ਕਰਤਾਰਪੁਰ ਸਾਹਿਬ ਵਸਾਇਆ ਗਿਆ ਤਾਂ ਭਾਈ ਸ਼ਹਿਜਾਦ ਜੀ ਨਾਲ ਹੀ ਗਏ ਸਨ, ਉੱਥੇ ਕੀਰਤਨ ਕਰਦੇ ਰਹੇ। ਸੋ ਸੰਗਤ ਜੀ, ਭਾਈ ਮਰਦਾਨਾ ਜੀ ਦਾ 2 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਆਉਂਦਾ ਹੈ ਔਰ 3 ਵਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਭਾਈ ਮਰਦਾਨਾ ਜੀ ਦਾ, ਉਹਨਾਂ ਦਾ ਨਾਮ ਲਿਆ ਹੈ। ਭਾਈ ਗੁਰਦਾਸ ਜੀ ਜਦੋਂ ਬਨਾਰਸ ਦੇ ਵਿੱਚ ਚਰਚਾ ਕਰਦੇ ਨੇ ਪੰਡਤਾਂ ਬ੍ਰਾਹਮਣਾਂ ਦੇ ਨਾਲ, ਵਿਦਵਾਨਾਂ ਦੇ ਨਾਲ, ਉਹਨਾਂ ਨੇ ਜਦੋਂ ਕਿਹਾ ਸੀਗਾ ਵੀ ਪਹਿਲਾਂ ਹੀ ਇਹਨਾਂ ਗ੍ਰੰਥਾਂ ਵਿੱਚ ਲਿਖਿਆ ਹੋਇਆ ਸੀ ਕਿ ਗੁਰੂ ਨਾਨਕ ਨੂੰ ਨਵਾਂ ਗ੍ਰੰਥ ਰਚਣ ਦੀ ਕੀ ਜ਼ਰੂਰਤ ਪੈ ਗਈ ਗੁਰੂ ਨਾਨਕ ਦੇ ਘਰ ਨੂੰ। ਤਾਂ ਭਾਈ ਗੁਰਦਾਸ ਜੀ ਸਾਰਾ ਖੋਲ੍ਹ ਕੇ ਦੱਸਦੇ ਨੇ। ਪਹਿਲਾਂ ਓਮ ਮੰਤਰ ਦਾ ਜਾਪ ਸੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਓੰਕਾਰ ਦੱਸਿਆ ਵੀ ਇੱਕ ਹੈ, ਵੀ 3 ਸ਼ਕਤੀਆਂ ਨੂੰ ਨਹੀਂ ਮੰਨਣਾ, ਇਹ ਸ਼ਕਤੀ ਨੂੰ ਜਿਹੜਾ ਚਲਾਉਣ ਵਾਲਾ ਉਸ ਨੂੰ ਮੰਨਣਾ। ਸੋ ਕਿੰਨੇ ਦਿਨ ਚਰਚਾ ਹੁੰਦੀ ਰਹੀ ਪੰਡਤਾਂ ਬ੍ਰਾਹਮਣਾਂ ਵਿਦਵਾਨਾਂ ਦੇ ਨਾਲ। ਸੋ ਉਹ ਭਾਈ ਗੁਰਦਾਸ ਜੀ ਨੂੰ ਸਾਰਿਆਂ ਨੇ ਬਹੁਤ ਸਤਿਕਾਰ ਦਿੱਤਾ ਵੀ ਇੰਨੇ ਜਿਹੜੇ ਵਾਹਿਗੁਰੂ ਦੇ ਅਰਥ ਦੱਸੇ ਨੇ, ਮੂਲ ਮੰਤਰ ਦੇ ਅਰਥ ਦੱਸੇ ਨੇ ਭਾਈ ਗੁਰਦਾਸ ਜੀ ਨੇ, ਜੋ ਵੀ ਜਿਹੜੇ ਤੱਤ ਅਰਥ ਨੇ ਉਹ ਸਾਰਿਆਂ ਅੱਗੇ ਦੱਸੇ, ਤਾਂ ਬੜਾ ਸਤਿਕਾਰ ਸੀ ਭਾਈ ਗੁਰਦਾਸ ਜੀ ਦਾ। ਸੋ ਇਹਨਾਂ ਵਿਦਵਾਨਾਂ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਵੀ ਹੋਰ ਤਾਂ ਸਾਰੀ ਗੱਲ ਠੀਕ ਹੈ, ਇਹ ਤੁਹਾਡਾ ਜਿਹੜਾ ਬਹੁਤ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜਿਹੜਾ ਗਿਆਨ, ਜਿਹੜਾ ਇਲਮ ਹੈ ਬਹੁਤ ਵੱਡਾ ਹੈ ਤੁਹਾਡੇ ਪਾਸ, ਇਸ ਵਿੱਚ ਕੋਈ ਸ਼ੱਕ ਨਹੀਂ, ਕਲਿਆਣ ਕਰਨ ਵਾਲਾ ਹੈ। ਪਰ ਇੱਕ ਗੱਲ ਤੁਹਾਡੇ ਘਰ ਦੀ ਸਾਨੂੰ ਚੰਗੀ ਨਹੀਂ ਲੱਗੀ। ਪੁੱਛਿਆ ਕੀ? ਕਿਹਾ ਵੀ ਇਹ ਨਹੀਂ ਚੰਗੀ ਲੱਗੀ ਵੀ ਤੁਸੀਂ ਮਰਾਸੀ ਨੂੰ ਬਿਠਾ ਕੇ ਉੱਚੀ ਜਗ੍ਹਾ ਤੇ ਉਹ ਤੋਂ ਕੀਰਤਨ ਸੁਣਦੇ ਹੋ, ਹਰੀ ਦੀ ਕੀਰਤੀ ਸੁਣਦੇ ਹੋ। ਅਸੀਂ ਤਾਂ ਕਹਿੰਦੇ ਮਰਾਸੀਆਂ ਨੂੰ ਕੁੱਤੇ ਸਮਾਨ ਜਾਣਦੇ ਹਾਂ। ਉਹਨਾਂ ਵਿਦਵਾਨਾਂ ਨੇ ਕਿਹਾ ਭਾਈ ਗੁਰਦਾਸ ਜੀ ਨੂੰ, ਤੇ ਇਹ ਗਿਆਨੀ ਗਿਆਨ ਸਿੰਘ ਨੇ ਇਹਦਾ ਜ਼ਿਕਰ ਕੀਤਾ। ਤਾਂ ਭਾਈ ਗੁਰਦਾਸ ਜੀ ਨੇ ਜਿਹੜਾ ਇਹਦੇ ਬਾਰੇ ਲਿਖਿਆ, ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨਾਂ ਨੂੰ ਵੀ ਤੁਸੀਂ ਉਹਨਾਂ ਨੂੰ ਕੁੱਤਾ ਕਹਿੰਦੇ ਹੋ। ਸਾਡੀ ਦ੍ਰਿਸ਼ਟੀ ਦੇਖੋ, ਗੁਰਸਿੱਖਾਂ ਦੀ, ਸਾਡੀ ਮਤਲਬ ਗੁਰਸਿੱਖਾਂ ਦੀ ਦ੍ਰਿਸ਼ਟੀ ਦੇਖੋ ਭਾਈ ਮਰਦਾਨੇ ਜੀ ਦੇ ਲਈ। ਉਹ ਕਹਿੰਦੇ ਨੇ ਭਾਈ ਗੁਰਦਾਸ ਨੇ ਜਿਹੜਾ ਲਿਖਿਆ ਕਿ ਲੈਲਾ ਦੇ ਘਰ ਚੋਂ ਕੁੱਤਾ ਆਇਆ ਤੇ ਜਿਹੜਾ ਮੰਜਨੂ ਹੈ ਉਹ ਕੁੱਤੇ ਦੇ ਪੈਰਾਂ 'ਚ ਡਿੱਗਣ ਲੱਗ ਗਿਆ। ਲੋਕ ਹੱਸਣ, ਲੋਕ ਕਹਿੰਦੇ ਓਏ ਤੂੰ ਇਹ ਕੀ ਕਰਦਾ, ਤੂੰ ਕੁੱਤੇ ਦੇ ਪੈਰਾਂ 'ਚ ਡਿੱਗੀ ਜਾਂਦਾ। ਅੱਗੇ ਉਹ ਮੰਜਨੂ ਕਹਿੰਦਾ ਤੁਸੀਂ ਕੁੱਤਾ ਨਾ ਦੇਖੋ, ਤੁਸੀਂ ਇਹ ਦੇਖੋ ਇਹ ਮੇਰੀ ਲੈਲਾ ਦੇ ਦਰਸ਼ਨ ਕਰਕੇ ਆਇਆ, ਸੋ ਮੈਂ ਇਹਦੇ ਦਰਸ਼ਨ ਕਰ ਰਿਹਾ, ਮੈਂ ਤਾਂ ਇਹਦੇ ਪੈਰਾਂ 'ਚ ਡਿੱਗ ਰਿਹਾ। ਤੋ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਅਗਰ ਦੁਨੀਆ 'ਚ ਇਸ਼ਕ ਕਰਨ ਵਾਲਾ ਉਹ ਆਪਣੀ ਪ੍ਰੇਮਿਕਾ ਦੇ ਘਰ ਚੋਂ ਕੁੱਤਾ ਆਵੇ ਉਹਦੇ ਪੈਰਾਂ 'ਚ ਡਿੱਗਦਾ ਆ, ਇਹਨੇ ਤਾਂ ਸ਼ਬਦ, ਇਲਾਹੀ ਸ਼ਬਦ ਗਾਇਆ ਭਾਈ ਮਰਦਾਨਾ ਜੀ ਨੇ। ਤਾਂ ਭਾਈ ਗੁਰਦਾਸ ਜੀ ਲਿਖਦੇ ਨੇ, ਲੈਲੀ ਦੀ ਦਰਗਾਹ ਦਾ ਕੁੱਤਾ ਮੰਜਨੂ ਦੇਖ ਲੁਭਾਣਾ, ਕੁੱਤੇ ਦੀ ਪੈਰੀ ਪਵੇ ਹੜ ਹੜ ਹੱਸੇ ਲੋਕ ਵਿਟਾਣਾ। ਮਤਲਬ ਕੁੱਤੇ ਦੇ ਪੈਰੀ ਪੈ ਰਿਹਾ ਸੀ, ਲੋਕ ਹੱਸ ਰਹੇ ਸਨ ਮੰਜਨੂ ਤੋਂ ਵੀ ਤੂੰ ਇਹ ਕੀ ਕਰਦਾ। ਅੱਗੇ ਹੁਣ ਭਾਈ ਮਰਦਾਨਾ ਜੀ ਦਾ ਜਿੱਥੇ ਜ਼ਿਕਰ ਆਉਂਦਾ, ਉਹ ਕਹਿੰਦੇ ਮੀ ਰਾਸੀਆਂ ਨਾਮ ਧਰੀਕ ਮੁਰੀਦ ਬਿਬਾਣਾ। ਉਹ ਕਹਿੰਦੇ ਉਹ ਜਿਹੜਾ ਮਰਾਸੀਆਂ ਦਾ ਮਰਾਸੀ ਆ ਨਾ, ਜਿਹਨੂੰ ਤੁਸੀਂ ਗੱਲ ਕਰਦੇ ਹੋ, ਅਸੀਂ ਉਹਨੂੰ ਕੁੱਤਾ ਨਹੀਂ ਜਾਣਦੇ, ਉਹ ਬਾਬੇ ਨਾਨਕ ਦਾ ਮੁਰੀਦ ਆ। ਇੰਨੀ ਸਾਡੀ ਦ੍ਰਿਸ਼ਟੀ 'ਚ ਉਹਦਾ ਸਤਿਕਾਰ ਹੈ। ਕੁੱਤਾ ਡੂਮ ਬਖਾਣੀਏ, ਕੁੱਤਾ ਵਿੱਚ ਕੁੱਤਿਆਂ ਨੇ ਮਾਣਾ। ਕਹਿੰਦੇ ਕੁੱਤੇ ਨੂੰ ਨਿਮਰਤਾ ਹੁੰਦੀ ਨਾ ਕੁੱਤੇ ਵਿੱਚ, ਤਾਂ ਉਹ ਤਾਂ ਕੁੱਤਿਆਂ ਦਾ ਕੁੱਤਾ, ਉਹਦੇ 'ਚ ਇੰਨੀ ਨਿਮਰਤਾ ਆ। ਉਹ ਨਿਮਰਤਾ ਵਾਲੇ ਪੁਆਇੰਟ ਨੂੰ ਭਾਈ ਗੁਰਦਾਸ ਜੀ ਲੈ ਰਹੇ ਨੇ। ਗੁਰਸਿੱਖ ਆਸ਼ਿਕ ਸ਼ਬਦ ਦੇ ਕੁੱਤੇ ਦਾ ਪੜ ਕੁੱਤਾ ਪਾਣਾ,
ਕਹਿੰਦੇ ਉਹ ਤਾਂ ਕੁੱਤਿਆਂ ਦਾ ਕੁੱਤਾ ਭਾਈ ਮਰਦਾਨਾ ਜੀ ਜਿਹੜਾ ਮਰਾਸੀ ਹੈ, ਲੇਕਿਨ ਜਿਹੜੇ ਗੁਰਸਿੱਖ ਨੇ ਇਹ ਸ਼ਬਦ ਦੇ ਆਸ਼ਿਕ ਨੇ, ਬਾਣੀ ਦੇ ਆਸ਼ਿਕ ਨੇ। ਇਹ ਉਸ ਕੁੱਤੇ ਦੇ ਵੀ ਭਾਈ ਮਰਦਾਨਾ ਜੀ ਦੇ ਵੀ ਚਰਨਾਂ ਦੇ ਜਿਹੜੇ ਨੇ ਕੁੱਤਾ ਬਣਨਾ ਚਾਹੁੰਦੇ ਨੇ ਗੁਰਸਿੱਖ। ਇੰਨਾ ਸਤਿਕਾਰ ਭਾਈ ਗੁਰਦਾਸ ਜੀ ਵੀ ਭਾਈ ਮਰਦਾਨਾ ਜੀ ਨੂੰ ਦੇ ਰਹੇ ਨੇ, ਔਰ ਸਾਡੀਆਂ ਸਾਰਿਆਂ ਦੀ ਦ੍ਰਿਸ਼ਟੀ ਵਿੱਚ ਹੈ। ਅੱਗੇ ਉਹ ਕਹਿੰਦੇ ਕੱਟਣ ਚੱਟਣ ਕੁੱਤਿਆਂ ਮੋਹ ਨਾ ਧਰੋ ਤ੍ਰਿਗਿਸਤ ਕਮਾਣਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕੁੱਤਾ ਤਾਂ ਇੰਨਾ ਵਫਾਦਾਰ ਹੁੰਦਾ, ਉਹ ਕਿਸੇ ਨਾਲ ਧੋਖਾ ਹੀ ਨਹੀਂ ਕਰਦਾ, ਉਹ ਕਿਸੇ ਨੂੰ ਬਦਦੁਆ ਹੀ ਨਹੀਂ ਦਿੰਦਾ। ਤੁਸੀਂ ਕਿੱਦਾਂ ਦੀ ਗੱਲ ਕਰਨ ਲੱਗ ਗਏ? ਅਵਗੁਣ ਆਰੇ ਗੁਣ ਕਰਨ, ਗੁਰਮੁਖ ਸਾਧ ਸੰਗਤ ਕੁਰਬਾਨਾ। ਕਹਿੰਦੇ ਜਿਹੜੇ ਗੁਰਮੁਖ ਨੇ ਇਹ ਤਾਂ ਸਾਧ ਸੰਗਤ ਤੋਂ ਕੁਰਬਾਨ ਜਾਂਦੇ ਨੇ, ਔਰ ਸਾਡਾ ਤਾਂ ਭਾਈ ਮਰਦਾਨਾ ਜੀ ਸਾਧ ਸੰਗਤ ਹੀ ਹੈ। ਪਤਿਤ ਉਦਾਹਰਣ ਬਿਰਧ ਵਖਾਣਾ। ਸਾਧ ਸੰਗਤ ਜਿਹੜੀ ਆ ਪਾਪੀਆਂ ਦੇ ਪਾਪ ਕੱਟ ਦਿੰਦੀ ਹੈ। ਸੋ ਸਾਡੇ ਭਾਈ ਮਰਦਾਨਾ ਜੀ ਸਾਧ ਸੰਗਤ ਨੇ। ਉਹ ਤਾਂ ਸਾਡੇ ਉਹਨਾਂ ਦਾ ਸ਼ਬਦ, ਉਹਨਾਂ ਦੀ ਬਾਣੀ, ਉਹਨਾਂ ਦਾ ਕੀਰਤਨ ਉਹ ਸੁਣ ਕੇ ਸੰਗਤ ਦੇ ਵਿੱਚ ਲੋਕਾਂ ਦੇ ਜਿਹੜੇ ਪਾਪ ਕੱਟੇ ਜਾਂਦੇ ਨੇ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਇਹੋ ਜਿਹਾ ਭਾਈ ਮਰਦਾਨਾ ਜਿਹਨੇ ਬਾਬਾ ਨਾਨਕ ਦੀ ਮੁਰੀਦੀ ਕੀਤੀ ਹੋਵੇ, ਜਿਹਨੇ ਸ਼ਬਦ ਪੜ੍ਹਿਆ, ਸ਼ਬਦ ਗਾਇਆ। ਪਤਾ ਨਹੀਂ ਲੋਕ ਕਿਸ ਦ੍ਰਿਸ਼ਟੀ ਨਾਲ ਦੇਖਦੇ ਨੇ, ਮਿਰਾਸੀ ਕਹਿੰਦੇ ਨੇ ਜਾਂ ਕੁੱਤਾ ਕਹਿੰਦੇ ਨੇ, ਲੇਕਿਨ ਜਿਹੜੇ ਗੁਰੂ ਕੇ ਸਿੱਖ ਨੇ, ਬਾਬੇ ਨਾਨਕ ਦੇ ਸਿੱਖ ਨੇ, ਇਹ ਤਾਂ ਇਹੋ ਜਿਹੇ ਭਾਈ ਮਰਦਾਨਾ ਜੀ ਦੇ ਚਰਨਾਂ ਨੂੰ ਧੋ ਕੇ ਵੀ ਪੀ ਲੈਣ, ਤਾਂ ਚਰਨਾਂ ਵਿੱਚ ਬਾਰੰਬਾਰ ਨਮਸਕਾਰ ਵੀ ਕਰਦੇ ਰਹਿਣ, ਤਾਂ ਆਪਣੇ ਆਪ ਨੂੰ ਧੰਨ ਧੰਨ ਅਸੀਂ ਸਮਝਾਂਗੇ ਸਾਰੇ ਗੁਰਸਿੱਖ। ਤੋ ਧੰਨ ਭਾਈ ਮਰਦਾਨਾ ਜੀ, ਜਿਨ੍ਹਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ, ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, 54 ਸਾਲ ਬਾਬੇ ਨਾਨਕ ਦੇ ਦਰਸ਼ਨ ਕੀਤੇ ਨੇ। 54 ਸਾਲ ਬਾਬੇ ਨਾਨਕ ਦੀ ਨਦਰੇ ਇਨਾਇਤ ਦੇ ਵਿੱਚ ਰਹੇ ਨੇ। ਨਦਰ ਬਖਸ਼ਿਸ਼ ਮਿਲੀ, ਬਾਬੇ ਨਾਨਕ ਦੀਆਂ ਅਸੀਸਾਂ ਮਿਲੀਆਂ। ਬਾਬੇ ਨਾਨਕ ਨੇ, ਆਪਾਂ ਤਾਂ ਇਵੇਂ ਕਹਾਂਗੇ ਕਿ ਬਾਬੇ ਨਾਨਕ ਦਾ ਸੀਨੇ ਵਿੱਚ ਹੀ ਸਮਾ ਗਿਆ, ਬਾਬੇ ਨਾਨਕ ਦੇ ਨਾਲ ਅਭੇਦ ਹੋ ਗਏ, ਉਸ ਨਿਰੰਕਾਰ ਦੇ ਨਾਲ ਅਭੇਦ ਹੋ ਗਏ ਭਾਈ ਮਰਦਾਨਾ ਜੀ। ਉਹਨਾਂ ਨੂੰ ਹਮੇਸ਼ਾ ਹੀ ਅਸੀਂ ਇੱਕ ਪ੍ਰੇਮ, ਇੱਕ ਸਤਿਕਾਰ ਦੇ ਨਾਲ, ਔਰ ਇਹੋ ਜਿਹਾ ਸਤਿਕਾਰ ਦੇ ਨਾਲ ਕਿ ਜਿਹੜਾ ਸ਼ਬਦ ਬਿਆਨ ਨਹੀਂ ਕਰ ਸਕਦੇ, ਜਿਨ੍ਹਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣੇ ਬੁੱਕ ਵਿੱਚੋਂ ਸਿਖਾਉਂਦੇ ਰਹੇ, ਜਿਨ੍ਹਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਰਾਜੀ ਕਰਦੇ ਰਹੇ ਕਿ ਜਗਤ ਦਾ ਕਲਿਆਣ ਕਰਨ ਲਈ ਜਾਣਾ, ਤੁਸੀਂ ਨਾਲ ਜਾਓ। ਜਿਨ੍ਹਾਂ ਦੀ ਆਪਣੀ ਗੋਦੀ ਵਿੱਚ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਗੋਦੀ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਜ਼ਾਦ ਕਰਕੇ ਪੂਰੇ ਪਾਰ ਬ੍ਰਹਮ ਦੇ ਵਿੱਚ ਸਮਾ ਦਿੱਤਾ ਹੋਵੇ। ਜਿਸ ਭਾਈ ਮਰਦਾਨਾ ਜੀ ਦੇ ਉਹਨਾਂ ਦਾ ਸਰੋਪਾ ਦੇਣ ਦੇ ਲਈ ਭਾਈ ਸ਼ਹਿਬਾਜ਼ ਜੀ ਕੋਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇੰਨੇ ਮੀਲ ਚੱਲ ਕੇ ਆ ਪਾਏ ਹੋਣ, ਔਰ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਦੇ ਪੁੱਤਰ ਭਾਈ ਸ਼ਹਿਬਾਜ਼ ਜੀ ਦੇ ਵੀ ਬੜਾ ਸਤਿਕਾਰ ਲਿਖਦੇ ਨੇ। ਕਹਿੰਦੇ ਨੇ ਸਾਡਾ ਪਿਆਰਾ ਸ਼ਹਿਜ਼ਾਦ, ਭਾਈ ਸ਼ਹਿਜ਼ਾਦ, ਸਾਡਾ ਸਤਿਕਾਰਯੋਗ ਭਾਈ ਸ਼ਹਿਜ਼ਾਦ, ਕਿਉਂਕਿ ਉਹਨਾਂ ਨੇ ਵੀ ਫਿਰ ਉਹੀ ਸ਼ਬਦ ਕੀਰਤਨ, ਉਹੀ ਅਸੀਸਾਂ ਜਿਹੜੀਆਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਦਿੱਤੀਆਂ ਸਨ। ਜਦੋਂ ਪਹਿਲੀ ਵਾਰ ਰਵਾਬ ਦੇ ਕੇ ਕਿਹਾ ਸੀ ਵੀ ਮਰਦਾਨਿਆਂ ਰਾਗ ਛੇੜੋ, ਬਾਣੀ ਆਈ ਹੈ, ਉਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਸਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ, ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਸਰ ਵੀ ਤੁਹਾਨੂੰ ਉਹ ਦੌਲਤ ਦੇ ਦਿੱਤੀ, ਭਾਈ ਮਰਦਾਨਾ ਜੀ ਨੂੰ, ਕਿ ਤੁਹਾਨੂੰ ਉਹ ਦੌਲਤ ਦੇ ਦਿੱਤੀ ਜਿਹਨੂੰ ਸਦੀਆਂ ਤਰਸਣਗੀਆਂ ਇਸ ਦੌਲਤ ਦੇ ਲਈ। ਸੋ ਐਡੀ ਵੱਡੀ ਦੌਲਤ ਦੇ ਮਾਲਕ, ਐਡੀ ਵੱਡੀ ਦੌਲਤ ਦੀ ਬਖਸ਼ਿਸ਼ ਜਿਨ੍ਹਾਂ ਦੇ ਉੱਤੇ ਹੋਈ, ਭਾਈ ਮਰਦਾਨਾ ਜੀ, ਉਹਨਾਂ ਨੂੰ ਅਸੀਂ ਗੁਰਸਿੱਖ ਕਹਿ ਲਈਏ, ਉਹਨਾਂ ਨੂੰ ਅਸੀਂ ਪਤਾ ਨਹੀਂ ਕਿਹੜੇ ਸ਼ਬਦ ਕਹਿ ਲਈਏ, ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਭੇਦ ਸਿੱਖ ਕਹਿ ਲਈਏ, ਜਾਂ ਪਿਆਰੇ ਕਹਿ ਲਈਏ, ਸ਼ਬਦ ਸਾਡੇ ਕੋਲ ਹੈ ਨਹੀਂ, ਅਸੀਂ ਕੀ ਕਹੀਏ। ਬਸ ਅਸੀਂ ਉਹਨਾਂ ਦੇ ਚਰਨਾਂ ਵਿੱਚ ਬਾਰੰਬਾਰ ਨਮਸਕਾਰਾਂ ਕਰ ਸਕਦੇ ਹਾਂ, ਬਾਰੰਬਾਰ ਨਮਸਕਾਰਾਂ ਕਰ ਸਕਦੇ ਹਾਂ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤੇ ਨਾ ਕਹਿ ਪਾਸ, ਤੂੜ ਤੇ ਨਾ ਕੀਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਉਹਨਾਂ ਦੇ ਚਰਨਾਂ ਦੀ ਤੂੜੀ ਵੀ ਸਾਨੂੰ ਮਿਲ ਜਾਵੇ ਤਾਂ ਅਸੀਂ ਸਮਝਾਂਗੇ ਕਿ ਸਾਡਾ ਵੀ ਜੀਵਨ ਜਿਹੜਾ ਥੋੜਾ ਧੰਨ ਹੋ ਰਿਹਾ ਹੈ, ਸਾਡਾ ਸਭ ਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਭਾਈ ਸਾਹਿਬ ਭਾਈ ਮਰਦਾਨਾ ਜੀ, ਆਪ ਜੀ ਦਾ ਜੀਵਨ, ਆਪ ਜੀ ਦੀਆਂ ਖੇਡਾਂ, ਆਪ ਜੀ ਦੇ ਕੌਤਕ, ਆਪ ਜੀ ਦੇ ਸੰਵਾਦ ਬੇਅੰਤ ਨੇ। ਸੋ ਕਿਨਕਾ ਕਮਾਤਰ ਇਹ ਜਿਹੜਾ ਤੁਸੀਂ ਸਾਨੂੰ ਸੰਗਤਾਂ ਨੇ ਬਖਸ਼ਿਸ਼ ਕੀਤੀ, ਸਾਡੇ ਜੀਵਨ ਵਿੱਚ ਵੀ ਇਹੋ ਜਿਹਾ ਸਮਰਪਣ ਆ ਜਾਵੇ, ਸਾਡਾ ਜੀਵਨ ਵੀ ਇਹੋ ਜਿਹਾ ਹੋ ਜਾਵੇ ਕਿ ਅਸੀਂ ਵੀ ਬਾਬੇ ਨਾਨਕ ਦੇ ਗੀਤ ਅਸੀਂ ਗਾ ਪਾਈਏ, ਬਾਣੀ ਨੂੰ ਸਾਡਾ ਹਿਰਦਾ ਗਾ ਪਾਵੇ। ਜ਼ੁਬਾਨ ਤਾਂ ਗਾ ਲੈਂਦੀ ਹੈ, ਲੇਕਿਨ ਹਿਰਦੇ ਤੋਂ ਸਾਡੇ ਕੀਰਤੀ ਹੋ ਜਾਵੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣੇ ਇਸ ਪਿਆਰੇ ਭਾਈ ਮਰਦਾਨਾ ਜੀ, ਪਿਆਰੇ ਗੁਰਸਿੱਖ, ਆਪਣੇ ਪਿਆਰੇ ਆਪਣੇ ਸਾਥੀ ਨੂੰ ਯਾਦ ਕਰਦਿਆਂ ਸਾਨੂੰ ਸਾਰਿਆਂ ਨੂੰ, ਇਹ ਸਾਰੀ ਸੰਗਤ ਨੂੰ ਆਪਣੀਆਂ ਅਸੀਸਾਂ ਬਖਸ਼ੋ।
ਸਭ ਦੀਆਂ ਝੋਲੀਆਂ ਦੇ ਵਿੱਚ ਹਿਰਦੇ ਤੋਂ ਜੋ ਕੀਰਤੀ ਹੈ, ਸਾਡਾ ਹਿਰਦਾ ਕੀਰਤਨ ਕਰੇ, ਹਰੀ ਦੇ ਜਸ ਗਾਵੇ, ਐਸੀਆਂ ਰਹਿਮਤਾਂ ਕਰੋ। ਭਾਈ ਮਰਦਾਨਾ ਜੀ, ਆਪ ਜੀ ਦੀ ਸੰਗਤ ਵਿੱਚ ਪਾਪ ਕੱਟੇ ਜਾਂਦੇ ਨੇ, ਸਾਡੀਆਂ ਵੀ ਜਨਮਾਂ ਜਨਮ ਦੀਆਂ ਮੈਲਾਂ ਕੱਟੀਆਂ ਜਾਣ, ਐਸੀ ਸਾਰੀ ਸੰਗਤ ਦੀ ਬੇਨਤੀ ਅਰਦਾਸ ਹੈ। ਹੋਈਆਂ ਭੁੱਲਾਂ ਗਲਤੀਆਂ ਗੁਰੂ ਸਾਹਿਬ ਜੀ, ਭਾਈ ਸਾਹਿਬ ਭਾਈ ਮਰਦਾਨਾ ਜੀ, ਸਾਰੀ ਸੰਗਤ ਜੀ ਬਖਸ਼ ਦੇਣਾ ਜੀ। ਹਮੇਸ਼ਾ ਹੀ ਆਪਣੀ ਕਿਰਪਾ ਦ੍ਰਿਸ਼ਟੀ ਬਣਾ ਕੇ ਰੱਖਣਾ ਸੰਗਤ ਜੀ। ਆਪ ਜੀ ਦੀਆਂ ਚਰਨਾਂ ਦੀ ਧੂੜੀ ਪਿੱਛੇ ਮਹਾਰਾਜ ਜੀ ਸਾਨੂੰ ਵੀ ਸੰਗਤ ਕਰਾ ਲੈਂਦੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ।